ਪਿੰਡ ਹੈ ਮਹੇਸ਼ਰੀ, ਉੱਥੇ ਇੱਕ 11 ਸਾਲ ਦੇ ਮੁੰਡੇ ਨੂੰ ਰੇਪ ਕਰਕੇ ਉਹਦੇ ਗੁਆਂਢੀ ਵੱਲੋਂ ਸਾੜ ਦਿੱਤਾ ਗਿਆ। ਬਿਲਕੁਲ, ਜੇ ਆਪਾਂ ਰਿਕਾਰਡ ਦੇਖੀਏ, ਐਵਰੀ 5th ਗਰਲ ਤੇ ਐਵਰੀ 20th ਬॉय ਜਿਹੜਾ ਹੈਗਾ ਆ ਉਹ ਚਾਈਲਡ ਅਬਿਊਜ਼ ਦਾ ਸ਼ਿਕਾਰ ਹੈਗਾ। ਜ਼ਿਆਦਾ ਵੱਡੀ ਉਮਰ ਦੇ ਲੋਕਾਂ ਦਾ ਆਉਂਦਾ ਸਾਹਮਣੇ, ਪਰ ਮੇਰੇ ਕੋਲ ਰੀਸੈਂਟ ਕੇਸ 2 ਆਏ ਆ ਹੁਣੇ। ਮਤਲਬ ਉਹਨਾਂ ਨੇ ਸਾਰੀਆਂ ਕਹਿੰਦੇ ਆ ਕਿ ਰਿਸ਼ਤੇ ਦੀਆਂ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਲਈ। ਵਾਂ ਪਿੰਡ ਦਾ ਨਾਮ ਕਿਸੇ ਨੇ ਸੁਣਿਆ ਨਹੀਂ, ਬਹੁਤ ਬੈਕਵਰਡ ਪਿੰਡ ਹੈਗਾ ਆ। ਉਸ ਪਿੰਡ ਦੇ ਵਿੱਚ ਮੈਨੂੰ 7 ਕੇਸ ਜਿਹੜੇ ਸੀਗੇ ਚਾਈਲਡ ਅਬਿਊਜ਼ ਦੇ, ਠੀਕ ਹੈ। ਇੱਕ ਪੰਜਾਬ ਦੇ ਵਿੱਚ 11 ਸਾਲ ਦੇ ਬੱਚੇ ਨੂੰ, ਠੀਕ ਹੈ, ਉਸ ਬੱਚੇ ਨੂੰ ਰੇਪ ਕਰਕੇ ਅੱਗ ਲਾ ਕੇ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਹੋਵੇ, ਤੇ ਜਿਹਦੀ ਚੱਪਲਾਂ ਤੋਂ ਉਹਦੇ ਕੱਪੜਿਆਂ ਤੋਂ ਦੀ ਮਾਂ ਨੇ ਪਛਾਣ ਕੀਤੀ ਹੋਵੇ ਵੀ ਤੇਰਾ ਡੈਡ ਤੇਰੇ ਨਾਲ ਕੁਛ ਏਦਾਂ ਜੇ ਕਰਦਾ, ਕਿਉਂਕਿ ਉਹਦੀ ਮਦਰ ਵੀ ਉਹ ਦੇਖਦੇ ਰਹਿੰਦੇ, ਉਹਨਾਂ ਨੂੰ ਪਤਾ ਹੁੰਦਾ ਨਾ ਥੋੜ੍ਹੀਆਂ ਹੁਣ ਵੀ ਆ ਫਾਦਰ ਵੀ ਕਰ ਸਕਦਾ, ਸੋ ਸਾਰੇ ਸ਼ੱਕ ਕਰਦੇ, ਦੇਖ ਕੇ ਬਿਹੇਵੀਅਰ ਤੋਂ ਪਤਾ ਲੱਗ ਜਾਂਦਾ ਹੈ ਕਿ ਇੱਕ ਤਾਂ ਮੈਂ ਆਮ ਹੀ ਕਹਿੰਦੀ ਆ ਕਿ ਜੇ ਨਹੀਂ ਤੁਹਾਡੀ ਕੋਈ ਸੁਣ ਰਿਹਾ ਤੁਸੀਂ ਮੈਨੂੰ ਵੀ ਦੱਸ ਸਕਦੇ ਹੋ। ਫਿਰ ਇਹ ਵੀ ਪੂਰਾ ਸਟ੍ਰਿਕਟਲੀ ਉਹਦੇ ਵਿੱਚ ਦਿੱਤਾ ਗਿਆ ਆ ਕਿ ਆਫਟਰ ਲਾਈਕ ਜਦੋਂ ਸੂਰਜ ਢਲ ਜਾਂਦਾ ਆ, ਕਿਸੇ ਵੀ ਹਾਲਤ 'ਚ, ਇਨ ਐਨੀ ਕੰਡੀਸ਼ਨ, ਬੱਚੇ ਨੂੰ ਪੁਲਿਸ ਸਟੇਸ਼ਨ ਨਹੀਂ ਬੁਲਾਇਆ ਜਾਏਗਾ ਕਿਸੇ ਵੀ ਹਾਲਤ ਦੇ ਵਿੱਚ। ਟ੍ਰੇਨ ਦੇ ਵਿੱਚ ਇੱਕ ਔਰਤ ਟਰੈਵਲ ਕਰ ਰਹੀ ਸੀਗੀ, ਉਹ ਬੁੱਕ ਪੜ੍ਹ ਰਹੀ ਸੀ ਤੇ ਉਹਦੀ ਛੋਟੀ ਜੀ ਬੱਚੀ ਵੀ ਬੁੱਕ ਪੜ੍ਹ ਰਹੀ ਸੀ। ਇੱਕ ਔਰਤ ਨੇ ਆ ਕੇ ਪੁੱਛਿਆ ਕਿ ਬੱਚੀ ਕਿਤਾਬ ਪੜ੍ਹ ਰਹੀ ਆ, ਵੀ ਸਾਡੇ ਬੱਚੇ ਤਾਂ ਟਿਕਦੇ ਨਹੀਂ ਗਏ। ਤਾਂ ਉਹਨੇ ਔਰਤ ਨੇ ਕਿਹਾ ਸੀ ਚਾਈਲਡ ਅਬਿਊਜ਼ ਵਾਲਾ ਤਾਂ ਇੱਕ ਮੇਰੇ ਪੇਜ ਦੇ ਉੱਤੇ ਮੈਸੇਜ ਹੀ ਆਊਗਾ ਕਿ ਚਾਈਲਡ ਅਬਿਊਜ਼ ਦਾ ਕੇਸ ਆ, ਮੈਂ ਕਿਸੇ ਵੀ ਕੇਸ ਨੂੰ ਛੱਡ ਕੇ ਉਸ ਕੇਸ ਨੂੰ ਸੀਰੀਅਸ ਲੈਣੀ ਹੈ। ਕਿਤੇ ਵੀ ਇਹੋ ਜਿਹਾ ਕੇਸ ਹੁੰਦਾ ਉਹਨੂੰ ਦੱਬਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜਿਹੜਾ ਦਰਿੰਦਾ ਆ ਉਹ ਕੱਲ ਨੂੰ ਕਿਸੇ ਹੋਰ ਨੂੰ ਸ਼ਿਕਾਰ ਬਣਾਊਗਾ। ਜਦੋਂ ਅਸੀਂ ਚੁੱਪ ਕਰ ਜਾਂਦੇ ਆ ਤਾਂ ਇਹਦਾ ਮਤਲਬ ਹੁੰਦਾ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਤੂੰ ਕ੍ਰਾਈਮ ਕਰ। ਸੋ ਕਦੇ ਵੀ ਚੁੱਪ ਨਹੀਂ ਬਹਿਣਾ ਚਾਹੀਦਾ, ਚਾਹੇ ਉਹ ਨਿੱਕੀ ਜੀ ਹੋਵੇ, ਚਾਹੇ ਮਾੜੀ ਜੀ ਛੇੜਛਾੜ ਵੀ ਹੋਵੇ, ਉਦੋਂ ਵੀ ਆਵਾਜ਼ ਚੱਕਣੀ ਜ਼ਰੂਰੀ ਆ। ਏਕਮ ਟੀਵੀ ਦੇ ਮੇਰਾ ਅਧਿਕਾਰ ਮੇਰਾ ਮਾਨ ਪ੍ਰੋਗਰਾਮ ਦੇ ਵਿੱਚ ਮੈਂ ਦਮਨਪ੍ਰੀਤ ਕੌਰ ਤੁਹਾਡਾ ਸਵਾਗਤ ਕਰਦੀ ਹਾਂ। ਦਰਸ਼ਕੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਚਾਈਲਡ ਅਬਿਊਜ਼ ਦੀ ਗੱਲ ਕਰਾਂਗੇ ਤੇ ਸਾਡੇ ਨਾਲ ਉਚੇਚੇ ਤੌਰ ਤੇ ਜੁੜੇ ਨੇ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰੀ। ਦਰਸ਼ਕੋ, ਜੇਕਰ ਚਾਈਲਡ ਅਬਿਊਜ਼ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਨਿਰੰਤਰ ਵਾਧਾ ਹੀ ਜਾ ਰਿਹਾ ਹੈ। ਭਾਰਤ ਦੇ ਵਿੱਚ 2017 ਦੇ ਮੁਕਾਬਲੇ 2018 ਦੇ ਵਿੱਚ 22% ਜ਼ਿਆਦਾ ਜਿਹੜੇ ਆ ਚਾਈਲਡ ਅਬਿਊਜ਼ ਦੇ ਮਾਮਲੇ ਸਾਹਮਣੇ ਆਏ ਸਨ। ਸੋ ਇਨ ਸਭ ਬਾਬਤ ਗੱਲਬਾਤ ਕਰਨ ਦੇ ਲਈ ਅਸੀਂ ਸਿਮਰਨਜੀਤ ਕੌਰ ਗਿੱਲ ਹੋਰਾਂ ਦੇ ਨਾਲ ਜੁੜੇ ਹਾਂ। ਆਓ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ ਦਮਨ ਜੀ। ਸਭ ਤੋਂ ਪਹਿਲਾਂ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਜੀ, ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਚਾਈਲਡ ਅਬਿਊਜ਼ ਦੇ ਅੰਤਰਗਤ ਕਿਹੜੀਆਂ-ਕਿਹੜੀਆਂ ਘਟਨਾਵਾਂ ਆ ਜਾਂਦੀਆਂ ਨੇ? ਜੇ ਆਪਾਂ ਪ੍ਰੋਪਰ ਚਾਈਲਡ ਅਬਿਊਜ਼ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਿਹੜਾ ਬੱਚਿਆਂ ਤੋਂ ਧੱਕੇ ਨਾਲ ਬਾਉਂਡਡ ਲੇਬਰ ਜਿਹਨੂੰ ਕਹਿੰਦੇ ਆ ਉਹ ਵੀ ਆ ਜਾਂਦੀ ਆ, ਠੀਕ। ਸੈਕਸ਼ੂਅਲ ਅਬਿਊਜ਼ ਵੀ ਆ ਜਾਂਦਾ, ਬੱਚਿਆਂ ਨੂੰ ਅਗਵਾ ਕਰਕੇ ਜਿਹੜਾ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਆ, ਬੈਗਿੰਗ ਕਰਵਾਈ ਜਾਂਦੀ ਆ, ਉਹ ਵੀ ਆ ਜਾਂਦੀ ਆ, ਜਾਂ ਪੇਰੈਂਟਸ ਵੱਲੋਂ ਘਰ ਦੇ ਵਿੱਚ ਬੱਚਿਆਂ ਦੀ ਕੁੱਟਮਾਰ ਕੀਤੀ ਜਾਂਦੀ ਆ। ਉਹ ਸਾਰਾ ਕੁਝ ਹੀ ਚਾਈਲਡ ਅਬਿਊਜ਼ ਦੇ ਅੰਡਰ ਆ ਜਾਂਦਾ ਆ। ਜੋ ਮਤਲਬ ਕਿਉਂਕਿ ਆਪਣਾ ਜੋ ਲਾਅ ਵੀ ਕਹਿੰਦਾ ਜਾਂ ਹਿਊਮਨ ਐਥਿਕਸ ਵੀ ਕਹਿੰਦੇ ਆ ਕਿ ਜਿਹੜਾ ਬਚਪਨ ਆ ਬੜਾ ਨਾਜ਼ੁਕ ਹੁੰਦਾ ਆ ਤੇ ਉਹਨੂੰ ਬੜੇ ਪਿਆਰ ਤੇ ਸੌਫਟਨੈਸ ਦੇ ਨਾਲ ਇੱਕ ਸਹੀ ਦਿਸ਼ਾ 'ਚ ਲਿਜਾਣਾ ਜ਼ਰੂਰੀ ਹੁੰਦਾ। ਸੋ ਜਿਹੜੀਆਂ ਵੀ ਚੀਜ਼ਾਂ ਅਨਐਥੀਕਲ ਨੇ ਉਹ ਸਾਰੀਆਂ ਹੀ ਚਾਈਲਡ ਅਬਿਊਜ਼ 'ਚ ਆ ਜਾਂਦੀਆਂ ਨੇ। ਜੀ, ਤੁਸੀਂ ਇੱਕ ਮੁਹਿੰਮ ਚਲਾਈ ਸੀ ਬਚਪਨ ਬਚਾਓ ਮੁਹਿੰਮ, ਜਿਹੜੀ ਕਿ ਬੱਚਿਆਂ ਦੇ ਯੌਨ ਸ਼ੋਸ਼ਣ ਦੇ ਖਿਲਾਫ ਜਿਹੜੀ ਆ ਤੁਸੀਂ ਮੁਹਿੰਮ ਚਲਾਈ ਸੀਗੀ। ਇਸ ਮੁਹਿੰਮ ਦੇ ਅੰਤਰਗਤ ਤੁਸੀਂ ਕੀ ਕਾਰਜ ਕੀਤੇ ਸੀ? ਇਹ ਮੁਹਿੰਮ ਬਚਪਨ ਬਚਾਓ ਮੁਹਿੰਮ ਦੇ ਵਿੱਚ ਬੇਸਿਕ ਜਿਹੜਾ ਮੇਰਾ ਟਾਰਗੇਟ ਸੀਗਾ, ਮੇਰਾ ਤੇ ਮੇਰੀ ਟੀਮ ਦਾ, ਕਿਉਂਕਿ ਇੱਕ ਇਨਸਾਨ ਕੁਝ ਵੀ ਨਹੀਂ ਕਰ ਸਕਦਾ, ਸੋ ਸੀਗਾ ਕਿ ਅਸੀਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਪ੍ਰੋਪਰ ਤਰੀਕੇ ਨਾਲ ਇੱਕ ਤਾਂ ਗੁੱਡ ਟੱਚ ਤੇ ਬੈਡ ਟੱਚ ਦੱਸਾਂਗੇ, ਨਾਲ ਦੀ ਨਾਲ ਉਹਨਾਂ ਨੂੰ ਇਹ ਚੀਜ਼ ਦੱਸਾਂਗੇ ਕਿ ਉਹਨਾਂ ਨੂੰ ਕੌਣ ਟੱਚ ਕਰ ਸਕਦਾ ਆ, ਕੌਣ ਨਹੀਂ ਕਰ ਸਕਦਾ, ਕਿਹੜੀ ਆਪਣੇ ਸਰੀਰ ਦੇ ਅੰਗ ਨੇ, ਠੀਕ ਆ। ਉਹਨਾਂ ਨੂੰ ਦੱਸਿਆ, ਉਹ ਬੱਚੇ ਆ ਛੋਟੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਵੀ ਸਾਡੇ ਪ੍ਰਾਈਵੇਟ ਪਾਰਟਸ ਕੀ ਆ, ਉਹਨਾਂ ਨੂੰ ਇਹ ਵੀ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ। ਉਹਨਾਂ ਨੂੰ ਇਹ ਵੀ ਦੱਸਿਆ ਜਾਂਦਾ ਆ ਕਿ ਨਿਊਡ ਘੁੰਮਣਾ ਬੱਚੇ ਦੇ ਲਈ, ਜਾਂ ਬੱਚੇ ਜਿਵੇਂ ਬੱਚਿਆਂ ਦੀ ਆਦਤ ਹੁੰਦੀ ਹੈ ਕੱਪੜੇ ਉਤਾਰ ਦਿੰਦੇ ਆ ਜਾਂ ਕੁਛ ਵੀ, ਉਹਨਾਂ ਨੂੰ ਦੱਸਿਆ ਜਾਂਦਾ ਕਿ ਬੇਟਾ ਇਹ ਚੀਜ਼ ਸਹੀ ਨਹੀਂ ਹੈਗੀ। ਤਾਂ ਇਸ ਤੋਂ ਇਲਾਵਾ ਬੱਚਿਆਂ ਨੂੰ ਲਾਅ ਹੈਗਾ ਆ ਵੀ ਜੇ ਤੁਹਾਡੇ ਨਾਲ ਕੋਈ ਵੀ ਕਿਸੇ ਵੀ ਟਾਈਪ ਦਾ ਅਬਿਊਜ਼ ਕਰਦਾ, ਜਿਹਦੇ ਵਿੱਚ ਇਕੱਲਾ ਯੌਨ ਸ਼ੋਸ਼ਣ ਨਹੀਂ, ਬਾਕੀ ਜਿਵੇਂ ਬੈਗਿੰਗ ਐਂਡ ਆਲ ਵਾਲੇ ਅਬਿਊਜ਼ ਵੀ ਆ ਗਏ, ਜਾਂ ਲਾਲਚ ਦੇ ਕੇ ਬੱਚਿਆਂ ਨੂੰ ਚੱਕ ਕੇ ਲੈ ਜਾਣਾ, ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਜੋ ਇੱਕ ਚੰਗੇ ਬਚਪਨ ਲਈ ਜ਼ਰੂਰੀ ਨੇ ਉਹ ਬੱਚਿਆਂ ਨੂੰ ਸਮਝਾਈਆਂ ਜਾਂਦੀਆਂ ਨੇ। ਜੀ, ਜਿਹੜੀ ਤੁਸੀਂ ਮੁਹਿੰਮ ਚਲਾਈ ਹੈ, ਇਸ ਮੁਹਿੰਮ ਦੇ ਅੰਤਰਗਤ ਤੁਸੀਂ ਕਿਹੜੇ-ਕਿਹੜੇ ਜ਼ਿਲ੍ਹਿਆਂ ਨੂੰ ਜਿਹੜਾ ਹੈ ਕਵਰ ਕਰਦੇ ਹੈਗੇ ਤੇ ਤੁਹਾਡੇ ਕੋਲ ਕਿਹੋ ਜਿਹੇ ਮਾਮਲੇ ਆਉਂਦੇ ਆ ਯੌਨ ਸ਼ੋਸ਼ਣ ਨੂੰ ਲੈ ਕੇ? ਦੇਖੋ ਜੀ, ਪਹਿਲਾਂ ਤਾਂ ਮੈਂ ਇਕੱਲੇ ਮੋਹਾਲੀ ਦੇ ਵਿੱਚ ਕੀਤਾ ਸੀਗਾ। ਇੱਕ ਵਾਰ ਮੈਂ ਬਠਿੰਡੇ ਦੇ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਵੀ ਗਈ ਸੀਗੀ ਤੇ ਕਾਲ, ਫਿਰ ਉਹ ਤੋਂ ਬਾਅਦ ਵਿੱਚ ਨਾ ਕਾਲ ਸਾਰੇ ਪਾਸੇ ਆਉਣ ਲੱਗੀ ਕਿ ਸਾਡੇ ਵੀ ਵਿਜ਼ਿਟ ਕਰੋ, ਸਾਡੇ ਵੀ ਵਿਜ਼ਿਟ ਕਰੋ। ਫਿਰ ਮੈਨੂੰ ਲੱਗਿਆ ਕਿ ਪ੍ਰਾਈਵੇਟ ਸਕੂਲਸ ਨੂੰ ਕਿਤੇ ਨਾ ਕਿਤੇ ਫਿਰ ਵੀ ਗਾਈਡੈਂਸ ਮਿਲਦੀ ਆ,
ਠੀਕ ਉੱਥੇ ਬੱਚਿਆਂ ਨੂੰ ਫਿਰ ਵੀ ਸਿਖਾਇਆ ਜਾਂਦਾ ਤੇ ਜਿਹੜੇ ਆਪਣਾ ਗਰੀਬ ਤਬਕੇ ਵਾਲਾ ਗਵਰਨਮੈਂਟ ਸਕੂਲ ਹੁੰਦਾ ਆ ਉਹ ਇਹਨਾਂ ਚੀਜ਼ਾਂ ਨੂੰ ਬਿਲਕੁਲ ਹੀ ਮਤਲਬ ਕਹਿ ਲਓ ਕਿ ਅਣਗੌਲਿਆ ਕਰ ਦਿੰਦੇ ਆ ਤੇ ਇਹੋ ਜਿਹੀਆਂ ਚੀਜ਼ਾਂ ਜ਼ਿਆਦਾਤਰ ਉਸ ਏਰੀਏ 'ਚ ਹੀ ਪਾਈਆਂ ਜਾਂਦੀਆਂ ਨੇ ਜਿਹੜਾ ਮਤਲਬ ਆਪਾਂ ਕਹਿ ਲਓ ਪਛੜਿਆ ਇਲਾਕਾ ਜ਼ਿਆਦਾ ਹੁੰਦਾ ਆ ਤਾਂ ਉਹ ਉਸ ਕਰਕੇ ਫਿਰ ਮੈਂ ਜਿਹੜੇ ਐਜੂਕੇਸ਼ਨ ਬੋਰਡ ਦੇ ਹੈਗੇ ਆ ਆਪਣੇ ਕ੍ਰਿਸ਼ਨ ਕੁਮਾਰ ਜੀ ਉਹਨਾਂ ਨੂੰ ਮਿਲੀ ਸੀਗੀ ਤਾਂ ਉਹਨਾਂ ਨੇ ਪੂਰੇ ਆਲ ਓਵਰ ਪੰਜਾਬ ਦੇ ਲਾਈਕ ਅਪ੍ਰੈਲ ਤੱਕ ਮੈਨੂੰ ਪੂਰੇ ਪ੍ਰਾਇਮਰੀ ਸਕੂਲਸ ਦਾ ਅਸੈਸ ਦਿੱਤਾ ਸੀਗਾ ਤੇ ਆਫਟਰ ਅਪ੍ਰੈਲ ਉਹਨਾਂ ਨੇ ਕਿਹਾ ਸੀਗਾ ਕਿ ਪੂਰਾ ਮਤਲਬ ਜਿੰਨੇ ਵੀ ਸਕੂਲ ਹੈਗੇ +2 ਤੱਕ ਸਾਰਿਆਂ ਦੇ ਵਿੱਚ ਜਾ ਕੇ ਜਿਹਦੇ ਵਿੱਚ ਸਪੈਸ਼ਲ ਕੁੜੀਆਂ ਲਈ ਵੀ ਜਿਹੜੇ ਮੋਟੀਵੇਸ਼ਨ ਐਂਡ ਆਲ ਲੈਕਚਰ ਸੀਗੇ ਉਹ ਡਿਲੀਵਰ ਕਰਨੇ ਸੀ ਸੈਮੀਨਾਰਸ ਤਾਂ ਮੈਂ ਸਭ ਤੋਂ ਪਹਿਲਾਂ ਫਿਰੋਜ਼ਪੁਰ ਤੇ ਫਰੀਦਕੋਟ ਦਾ ਜਿਹੜਾ ਬਾਰਡਰ ਏਰੀਆ ਹੈ ਬਾਰਡਰ ਬੈਲਟ ਆ ਉਹ ਚੂਜ਼ ਕੀਤੀ ਸੀਗੀ ਜਿੱਥੇ ਮੈਂ ਖੁਦ ਗਈ ਹਾਂ ਬਾਰਡਰ ਬੈਲਟ ਦੇ ਵਿੱਚ ਉਦੋਂ ਬਾਅਦ ਥੋੜੀ ਜੀ ਮੈਨੂੰ ਕੇਸ 'ਚ ਟਰੈਪ ਕਰਤਾ ਫਿਰ ਮੇਰੇ ਅੰਦਰ ਜਾਣ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਟੀਮ ਕੰਮ ਕਰ ਰਹੀ ਸੀਗੀ ਰੋਪੜ 'ਚ ਕੰਮ ਕੀਤਾ ਆ ਪਟਿਆਲੇ ਦੇ ਵਿੱਚ ਲੁਧਿਆਣੇ ਦੇ ਵਿੱਚ ਤੇ ਉਦੋਂ ਫਰੀਦਕੋਟ ਤੇ ਫਿਰੋਜ਼ਪੁਰ ਦੇ ਵਿੱਚ ਤਾਂ ਕੰਟੀਨਿਊਸਲੀ ਟੀਮ ਹੈਗੀ ਆ ਜਿਹਨੇ ਕੰਮ ਕੀਤਾ ਆ ਜਿਹੜੇ ਸੈਮੀਨਾਰਸ ਕੰਡਕਟ ਕੀਤੇ ਆ ਜੀ ਤੁਹਾਡੇ ਕੋਲ ਕਿਹੋ ਜਿਹੇ ਮਾਮਲੇ ਆਉਂਦੇ ਆ ਕਿਸੇ ਮਾਮਲੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋਗੇ ਮੈਂ ਕਈ ਜਗ੍ਹਾ ਦੇ ਉੱਤੇ ਜਿੱਥੇ ਮੈਨੂੰ ਡਾਊਟ ਹੁੰਦਾ ਮੈਂ ਬੱਚਿਆਂ ਤੋਂ ਲੈਟਰਸ ਲਿਖਵਾ ਲੈਂਦੀ ਆ ਸੋ ਮੈਂ ਇੱਥੇ ਜ਼ਿਕਰਯੋਗ ਹੈਗੀ ਆ ਪਿੰਡ ਵਾਂ ਹੈ ਆਪਣਾ ਫਿਰੋਜ਼ਪੁਰ ਡਿਸਟ੍ਰਿਕਟ ਦਾ ਬਾਰਡਰ ਏਰੀਆ ਪੈ ਜਾਂਦਾ ਆ ਬਿਲਕੁਲ ਜਿਹੜੀ ਫਰੀਦਕੋਟ ਤੋਂ ਫਿਰੋਜ਼ਪੁਰ ਨੂੰ ਰੋਡ ਜਾਂਦੀ ਆ ਉੱਥੇ ਹੈਗੇ ਆ ਉਸ ਰੋਡ ਦੇ ਉੱਤੇ ਹੀ ਪਿੰਡ ਆਲਮੋਸਟ ਪੈ ਜਾਂਦਾ ਆ ਸੱਪਾਂ ਵਾਲੀ ਵਾਂ ਪਿੰਡ ਦਾ ਨਾਮ ਕਿਸੇ ਨੇ ਸੁਣਿਆ ਨਹੀਂ ਬਹੁਤ ਬੈਕਵਰਡ ਪਿੰਡ ਹੈਗਾ ਆ ਉਸ ਪਿੰਡ ਦੇ ਵਿੱਚ ਮੈਨੂੰ 7 ਕੇਸ ਜਿਹੜੇ ਸੀਗੇ ਚਾਈਲਡ ਅਬਿਊਜ਼ ਦੇ ਮਿਲੇ ਸੀਗੇ ਜਿਨ੍ਹਾਂ ਦੇ ਵਿੱਚ ਮੁੰਡੇ ਤੇ ਕੁੜੀਆਂ ਦੋਨਾਂ ਦੇ ਸੀਗੇ ਉਹਨਾਂ ਦੀਆਂ ਲੈਟਰਸ ਸੀਗੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਦੱਸਿਆ ਜਿਨ੍ਹਾਂ ਦੇ ਵਿੱਚ ਮੁੰਡੇ ਸੀਗੇ ਉਹਨਾਂ ਨੇ ਪਿੰਡ ਦੇ ਇੱਕ ਬੰਦੇ ਦਾ ਨਾਮ ਲਿਆ ਸੀਗਾ ਕਿ ਉਹ ਬੱਚਿਆਂ ਨੂੰ ਉਹਨਾਂ ਦੀਆਂ ਮਤਲਬ ਮੁੰਡੇ ਦੱਸ ਰਹੇ ਸੀਗੇ ਸਾਡੀਆਂ ਨਿੱਕਰਾਂ ਲਾ ਦਿੰਦਾ ਐਂਡ ਸਾਡੀਆਂ ਨਿਊਡ ਫੋਟੋਜ਼ ਖਿੱਚਦਾ ਆ ਮੁੰਡਿਆਂ ਦੀਆਂ ਤੇ ਉਹ ਵੀ ਉਹਨਾਂ ਦੇ ਪ੍ਰਾਈਵੇਟ ਪਾਰਟਸ ਨੂੰ ਟੱਚ ਕਰਦਾ ਆ ਉਹ ਉੱਥੇ ਬੰਦਾ ਸੀਗਾ ਮੀਤਾ ਉਹਦਾ ਨਾਮ ਸੀਗਾ ਦੈਨ ਆਫਟਰ ਦੈਟ ਉੱਥੇ ਹੀ 3 ਕੁੜੀਆਂ ਵੀ ਸੀਗੀਆਂ ਜਿਨ੍ਹਾਂ ਨੇ ਉੱਥੇ ਪਿੰਡ ਦੇ 2 ਬੰਦਿਆਂ ਦਾ ਨਾਮ ਲਿਆ ਸੀਗਾ ਕਿ ਇਹ ਬੰਦੇ ਸਾਨੂੰ ਝਾੜੀਆਂ 'ਚ ਲਿਜਾ ਕੇ ਸਾਡੇ ਨਾਲ ਗਲਤ ਕਰਦੇ ਨੇ ਤੇ ਉਸ ਚੀਜ਼ ਦੀ ਮੈਂ ਉੱਥੇ ਦੇ SSP ਸਾਹਿਬ ਨੂੰ ਕੰਪਲੇਂਟ ਕੀਤੀ ਸੀਗੀ ਮੈਂ ਹਿਊਮਨ ਰਾਈਟਸ ਨੂੰ ਵੀ ਕੰਪਲੇਂਟ ਕੀਤੀ ਸੀਗੀ ਤੇ ਉੱਥੇ ਦੀ ਜਿਹੜੀ ਵਿਮਨ ਜਿਹੜੀ ਟੀਮ ਸੀਗੀ ਉਹ ਆਈ ਉਹਨਾਂ ਨੇ ਬੱਚੇ ਦੀ ਸਟੇਟਮੈਂਟ ਰਿਕਾਰਡ ਕੀਤੀ ਜਿਹੜੀ ਵਿਮਨ SHO ਸੀਗੀ ਮੈਡਮ ਉਹ ਆਏ ਉਹਨਾਂ ਨੇ ਉੱਥੇ ਰਿਕਾਰਡ ਕੀਤਾ ਸਾਰੀ ਸਟੇਟਮੈਂਟ ਬਟ ਉਦੋਂ ਬਾਅਦ ਵਿੱਚ ਮੈਂ ਅੰਦਰ ਹੋ ਗਈ 55 ਦਿਨਾਂ ਲਈ ਤੇ ਫਿਰ ਲਾਕਡਾਊਨ ਹੋ ਗਿਆ ਤੇ ਉਹ ਕੇਸ ਦੀ ਮੈਂ ਪ੍ਰੋਪਰ ਪੈਰਵਾਈ ਨਹੀਂ ਕਰ ਪਾਈ ਪਰ ਮੈਂ ਚਾਈਲਡ ਕਮਿਸ਼ਨ ਨੂੰ ਦਿੱਤਾ ਸੀਗਾ ਵੀ ਉਹਦੇ ਤੇ ਧਿਆਨ ਦੇਵੋ ਸੋ ਹੁਣ ਜਦੋਂ ਲਾਕਡਾਊਨ ਖੋਲਦਾ ਆ ਵਿਲ ਚੈੱਕ ਕਿ ਉੱਥੇ ਕੀ ਸਿਚੁਏਸ਼ਨ ਆ ਪਰ ਉਸ ਸਮੇਂ ਉੱਥੇ ਇਹ ਦੇਖਣ ਨੂੰ ਆਇਆ ਸੀਗਾ ਕਿ ਬੱਚਿਆਂ ਜਿਨ੍ਹਾਂ ਨੇ ਹਿੰਮਤ ਕੀਤੀ ਬੋਲਣ ਦੀ ਤੇ ਉਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਇਹ ਕਹਿ ਕੇ ਚੁੱਪ ਕਰਾਤਾ ਕਿ ਜਿਨ੍ਹਾਂ ਦੇ ਤੁਸੀਂ ਨਾਮ ਲੈ ਰਹੇ ਹੋ ਤਾਂ ਸਾਡੇ ਭੈਣ ਭਰਾਵਾਂ ਵਰਗੇ ਨੇ ਸੋ ਬੱਚਿਆਂ ਦੇ ਪੇਰੈਂਟਸ ਹੀ ਉਸ ਕੇਸ ਨੂੰ ਦੱਬਣ ਲਈ ਤੁਰ ਪਏ ਸੀਗੇ ਇਹ ਤਰਾਸਦੀ ਆ ਸਾਡੇ ਕਿ ਬੱਚੇ ਕੀ ਫੇਸ ਕਰ ਰਹੇ ਹੋ ਮਾਪੇ ਉਹਨਾਂ ਦੇ ਸਮਝਦੇ ਨਹੀਂ ਉਹਨਾਂ ਨੇ ਕਿਹਾ ਨਹੀਂ ਜੀ ਸਾਡੇ ਤਾਂ ਬੱਚੇ ਗਲਤ ਬੋਲਦੇ ਏਦਾਂ ਕੁਛ ਨਹੀਂ ਗਾ ਏਦਾਂ ਨਹੀਂ ਹੋਇਆ ਸੋ ਉਹਨਾਂ ਨੇ ਉਹ ਬੱਚੀਆਂ ਨੂੰ ਚੁੱਪ ਕਰਾਤਾ ਜੀ ਇਹ ਸਾਡੇ ਸਮਾਜ ਦੀ ਵਾਕਈ ਤਰਾਸਦੀ ਹੈਗੀ ਹੈ ਕਿ ਜਿੱਥੇ ਜ਼ੁਲਮ ਹੁੰਦਾ ਹੈ ਉਸ ਨੂੰ ਸਹਿਣ ਲਈ ਕਿਹਾ ਜਾਂਦਾ ਹੈ ਨਾ ਕਿ ਉਸਦੇ ਖਿਲਾਫ ਖੜਨ ਲਈ ਕਿਹਾ ਜਾਂਦਾ ਹੈ ਤੇ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਨਹੀਂ ਆਪਾਂ ਇਸ ਖਿਲਾਫ ਜਿਹੜੇ ਕੰਪਲੇਂਟ ਕਰਦੇ ਆ ਤੇ ਫਿਰ ਬੱਚਿਆਂ ਦਾ ਹੁੰਗਾਰਾ ਤੁਹਾਨੂੰ ਕਿਹੋ ਜਿਹਾ ਮਿਲਿਆ ਸੀ ਬੱਚੇ ਤਾਂ ਆਬਵੀਅਸ ਜੀ ਗੱਲ ਆ ਮੈਂ ਬੱਚਿਆਂ ਨੂੰ ਕਿਹਾ ਸੀ ਤੁਹਾਨੂੰ ਬੱਚੇ ਚਾਹੁੰਦੇ ਸੀ ਕਹਿੰਦੇ ਜੇ ਵੀ ਤੁਸੀਂ ਕਰੋਗੇ ਤਾਂ ਫਿਰ ਸਾਨੂੰ ਤੰਗ ਕਰਨਾ ਬੰਦ ਕਰ ਦੇਗਾ ਮੈਂ ਕਿਹਾ ਬਿਲਕੁਲ ਤੁਹਾਨੂੰ ਬਿਲਕੁਲ ਤੰਗ ਨਹੀਂ ਕਰੇਗਾ ਬੱਚੇ ਨਾਲ ਖੜ ਗਏ ਸੀਗੇ ਆ ਕੇ ਪਰ ਉਹ ਪਿੰਡ ਵਾਲਿਆਂ ਨੇ ਉੱਥੇ ਪੂਰਾ ਕਾਈਂਡ ਆਫ ਪ੍ਰੋਟੈਸਟ ਖੜਾ ਕਰਤਾ ਸੀਗਾ ਉਹ ਸੀਗੇ ਵੀ ਦੂਜੀ ਉਸ ਕਮਿਊਨਿਟੀ ਫਿਰ ਜਦੋਂ ਮੈਨੂੰ ਉਹ ਵੀ ਮਤਲਬ ਉਹੀ ਆ ਨਾ ਫਿਰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਮੇਰੇ ਤੇ FIR ਹੁੰਦੀ ਹੈ ਫਿਰੋਜ਼ਪੁਰ ਦੇ ਵਿੱਚ ਵੀ ਇੱਕ ਕੰਪਲੇਂਟ ਉਧਰਲੇ ਏਰੀਏ ਦੇ ਲੋਕਾਂ ਵੱਲੋਂ ਦਿੱਤੀ ਗਈ ਜਿਨ੍ਹਾਂ ਦੇ ਖਿਲਾਫ ਮੈਂ ਉਹ ਕੀਤਾ ਸੀਗਾ ਤੇ ਉਸ ਤੋਂ ਬਿਨਾ ਮਤਲਬ ਕਈ ਇਹੋ ਜਿਹੇ ਪੇਰੈਂਟਸ ਆ ਜਿਹੜੇ ਸਾਥ ਦਿੰਦੇ ਆ ਮਾਨਸੇ ਦੇ ਵਿੱਚ ਸੀਗਾ ਜਦੋਂ ਛੋਟੀ ਬੱਚੀ ਦਾ ਕੇਸ ਹੈ ਜਿਹਨੇ ਮੈਨੂੰ ਝੰਜੋੜ ਕੇ ਰੱਖਤਾ ਲਾਈਕ ਉਹ ਕੇਸ ਮੇਰੀ ਲਾਈਫ ਦਾ ਉਹ ਕੇਸ ਸੀਗਾ ਜਿਹਨੇ ਮੈਨੂੰ ਸਕੂਲਾਂ 'ਚ ਜਾਣ ਲਈ ਮਜਬੂਰ ਕਰਤਾ ਕਿ ਜਾਣਾ ਜ਼ਰੂਰੀ ਆ 3.5 ਸਾਲ ਦੀ ਬੱਚੀ ਸੀਗੀ ਮਾਨਸੇ ਦੇ ਵਿੱਚ ਤੇ ਉਹਦਾ ਕੇਸ ਹੁਣ ਅੰਡਰ ਟਰਾਇਲ ਆ ਤੇ ਉਹਦੇ ਨਾਲ ਉਹਨਾਂ ਦਾ ਗਵਾਂਢੀ ਸੀਗਾ ਉਹ ਬੱਚੀ ਦੇ ਫਿੰਗਰ ਲਗਾਉਂਦਾ ਸੀਗਾ ਗਲਤ ਕਰਦਾ ਸੀਗਾ ਸੋ ਉਹ ਕੇਸ ਦਰਜ ਆ ਮੁੰਡਾ ਜੇਲ੍ਹ ਦੇ ਵਿੱਚ 18 ਸਾਲ ਦਾ ਮੁੰਡਾ ਆ ਸੋ ਉਹ ਹੈ ਵੀ ਪੇਰੈਂਟਸ ਉੱਥੇ ਕਹਿ ਰਹੇ ਆ ਉਹਦੀ ਮਦਰ ਵੈਰੀ ਡਿਸਟਰਬ ਸ਼ੀ ਸੇਇੰਗ ਕਿ ਚਾਹੇ ਉਹ ਕੋਈ ਵੀ ਆ ਵੀ ਮੈਂ ਉਸ ਬੰਦੇ ਨੂੰ ਸਜ਼ਾ ਦਿਵਾਉਣੀ ਆ ਕਿਉਂਕਿ ਉਹਨੇ ਮੇਰੀ ਬੱਚੀ ਦੇ ਨਾਲ ਏਦਾਂ ਦਾ ਘਿਨੌਣਾ ਕੰਮ ਕੀਤਾ ਜੀ ਇਹ ਤਾਂ ਗੱਲ ਹੋ ਗਈ ਕਿ ਆਂਢੀ ਗਵਾਂਢੀ ਜਿਹੜੇ ਕਰਦੇ ਹੈਗੇ ਆ ਤੇ ਇਸ ਤੋਂ ਇਲਾਵਾ ਜਿਹੜੇ ਤੁਹਾਡੇ ਕੋਲ ਕੇਸ ਆਉਂਦੇ ਆ ਤਾਂ ਜ਼ਿਆਦਾਤਰ ਬੱਚਿਆਂ ਦੇ ਨਾਲ ਜਦੋਂ ਚਾਈਲਡ ਅਬਿਊਜ਼ ਹੁੰਦਾ ਹੈ ਤਾਂ ਕੌਣ ਹੁੰਦੇ ਆ ਉਹਨਾਂ ਦੇ ਵਿੱਚ ਦੋਸ਼ੀ ਜੋ ਹੁੰਦੇ ਆ ਆਪਾਂ ਜੇ ਬਿਲਕੁਲ ਸਰਵੇ ਦੇ ਹਿਸਾਬ ਨਾਲ ਵੀ ਜਾਈਏ ਜ਼ਿਆਦਾਤਰ ਜਿਹੜੇ ਚਾਈਲਡ ਅਬਿਊਜ਼ ਦਾ ਸ਼ਿਕਾਰ ਬੱਚੇ ਨੇ ਉਹ ਪਰਿਵਾਰ ਵਿੱਚ ਹੀ ਹੁੰਦੇ ਆ ਕਿਸੇ ਦਾ ਚਾਚਾ ਤਾਇਆ ਜ਼ਿਆਦਾ ਵੱਡੀ ਉਮਰ ਦੇ ਲੋਕਾਂ ਦਾ ਆਉਂਦਾ ਸਾਹਮਣੇ ਪਰ ਮੇਰੇ ਕੋਲ ਰੀਸੈਂਟ ਕੇਸ 2 ਆਏ ਆ ਹੁਣੇ
ਮਤਲਬ ਉਹਨਾਂ ਨੇ ਸਾਰੀਆਂ ਕਹਿੰਦੇ ਆ ਕਿ ਰਿਸ਼ਤੇ ਦੀਆਂ ਦਰਿੰਦਗੀ ਦੀਆਂ ਹੱਦਾਂ ਪਾਰ ਕਰ ਲੀਆਂ। ਜਲੰਧਰ ਦਾ ਕੇਸ ਆ, ਇੱਕ ਭੈਣ ਨੂੰ ਭਰਾ ਬਹੁਤ ਦੇਰ ਤੋਂ ਉਹਨੂੰ ਮਲਸਟ ਕਰਦਾ ਆ ਰਿਹਾ ਸੀਗਾ, ਉਹਦਾ ਕੰਟੀਨਿਊਸਲੀ ਰੇਪ ਕਰਦਾ ਆ ਰਿਹਾ ਸੀਗਾ, ਤੇ ਮਤਲਬ ਉਹ ਕੇਸ ਨੇ ਰੌਂਗਟੇ ਖੜੇ ਕਰਕੇ ਰੱਖ ਦਿੱਤੇ। ਉਹ ਕੇਸ ਕਾਫੀ ਹਾਈਲਾਈਟ ਵੀ ਹੋਇਆ ਕਿ ਕਿਸ ਤਰੀਕੇ ਨਾਲ ਉਹ ਬੱਚੀ ਨੂੰ, ਜਦੋਂ 11 ਸਾਲ ਦੀ ਸੀ ਉਦੋਂ ਤੋਂ ਉਹਦਾ ਭਰਾ ਉਹਨੂੰ ਮਤਲਬ ਆਪਣਾ ਸ਼ਿਕਾਰ ਬਣਾਉਂਦਾ ਆ। ਤੇ ਫਿਰ ਜਦੋਂ ਉਹਨੇ ਆਪਣੇ ਘਰ, ਕਿਉਂਕਿ ਓਬਵੀਅਸ ਬੱਚੇ ਨੂੰ ਉਦੋਂ ਪਤਾ ਨਹੀਂ ਸੀਗਾ, ਉਹਨੇ ਆਪਣੇ ਫੈਮਿਲੀ ਨੂੰ ਕਿਹਾ ਕਿ ਉਹ ਮੈਨੂੰ ਕੁੱਟਦਾ ਮਾਰਦਾ ਆ। ਜਦੋਂ ਉਹਨੂੰ ਥੋੜੀ ਸਮਝ ਆਉਣੀ ਸ਼ੁਰੂ ਹੋਈ ਤਾਂ ਉਹਦੇ ਘਰਦਿਆਂ ਨੇ ਉਹਨੂੰ ਮਲੇਸ਼ੀਆ ਭੇਜਤਾ ਵੀ ਇਹ ਰੋਜ਼ ਲੜਦੇ ਆ ਆਪਸ ਦੇ ਵਿੱਚ। ਫਿਰ ਉਹ ਜਦੋਂ 14 ਸਾਲ ਦੀ ਹੋਈ ਉਹਨੂੰ ਪਤਾ ਲੱਗਿਆ ਵੀ ਇਹ ਕੀ ਚੀਜ਼ ਹੁੰਦੀ ਆ। ਜਦੋਂ ਓਬਵੀਅਸ ਜੀ ਗੱਲ ਆ, ਬੱਚੀ ਆ, ਜਦੋਂ ਕੁੜੀਆਂ ਮੈਚੁਰ ਹੁੰਦੀਆਂ, ਪੀਰੀਅਡਸ ਐਂਡ ਆਲ, ਉਦੋਂ ਬਾਅਦ ਉਹਨਾਂ ਨੂੰ ਸਮਝ ਆਉਂਦੀ ਆ ਵੀ ਅੱਛਾ ਆਹ ਚੀਜ਼ ਆ। ਤੇ ਫਿਰ ਉਹਨੂੰ ਜਦੋਂ ਪਤਾ ਲੱਗਿਆ ਤੇ ਮਤਲਬ ਫਿਰ ਉਹ ਅੰਦਰੋਂ ਘੁੱਟਦੀ ਰਹੀ। ਫਿਰ ਉਹਨੇ ਮੇਰੀ ਵੀਡੀਓ ਦੇਖੀ ਤੇ ਫਿਰ ਜਦੋਂ ਉਹਨੇ ਮੁਹਿੰਮ ਬਾਰੇ ਪਤਾ ਲੱਗਿਆ ਫਿਰ ਉਹਨੇ ਮੈਨੂੰ ਕੰਟੈਕਟ ਕੀਤਾ ਵੀ ਮੇਰੇ ਏਦਾਂ ਏਦਾਂ ਕਰਕੇ ਹੈ, ਵੀ ਉਹ ਵਾਪਸ ਆ ਰਿਹਾ, ਵੀ ਉਹ ਮੇਰਾ ਸਕਾ ਭਾਈ, ਉਹ ਮੇਰੇ ਨਾਲ ਏਦਾਂ ਕਰਦਾ ਰਿਹਾ ਆ। ਸੋ ਮੈਨੂੰ ਵੀ ਬਹੁਤ ਹੋਇਆ ਤੇ ਮੈਨੂੰ ਸੀਗਾ ਵੀ ਕਿਤੇ ਐਵੇਂ ਨਾ ਹੋਵੇ ਵੀ ਬੱਚੀਆਂ ਕਈ ਵਾਰ ਕੀ ਹੁੰਦੀਆਂ ਕਿ ਅੱਜ ਕੱਲ ਜਿਹੜੀ ਆਪਣੀ ਜਨਰੇਸ਼ਨ ਹੁੰਦੀ ਆ, ਛੋਟੇ ਬੱਚੇ ਵੀ ਕਈ ਵਾਰ ਗੁੰਮਰਾਹ ਹੋ ਜਾਂਦੇ ਆ, ਕਿਸੇ ਦੇ ਚੱਕਰ 'ਚ ਗੁੰਮਰਾਹ ਹੋ ਜਾਂਦੇ ਆ, ਤੇ ਭੈਣ ਭਰਾ ਜਦੋਂ ਰੋਕਦੇ ਉਹਨਾਂ ਨੂੰ ਜਾਣ ਕੇ ਨਾ ਫਸਾਉਣ ਦੀ ਕੋਸ਼ਿਸ਼ ਕਰਦੇ ਹੋਣ। ਮੈਂ ਕਿਹਾ ਗਿਵ ਮੀ ਪ੍ਰੂਫ, ਵੀ ਮੈਨੂੰ ਉਹਦੇ ਮੂੰਹ ਚੋਂ ਕਨਫੈਸ਼ਨ ਕਰਾ ਕੇ ਦੇ ਏਦਾਂ ਗੱਲ ਕਰਕੇ। ਫਿਰ ਉਹਨੇ ਆਪਦੇ ਭਰਾ ਨਾਲ ਗੱਲ ਕੀਤੀ ਤੇ ਉਹਨੇ ਉਹਦੇ ਨਾਲ ਗੱਲ ਕੀਤੀ ਕਿ ਅੱਛਾ ਜਦੋਂ ਤੂੰ ਏਦਾਂ ਕਰਦਾ ਸੀਗਾ ਤੇ ਮੈਂ ਕਿੱਡੀ ਕੁ ਸੀਗੀ, ਤੇ ਉਹ ਕਹਿੰਦਾ ਕੀ ਗੱਲ ਆ ਵੀ ਤੇਰਾ ਦਿਲ ਕਰਦਾ ਕਰਨ ਦਾ। ਫਿਰ ਉਸ ਚੀਜ਼ ਨੇ ਮੈਨੂੰ ਤੋੜ ਕੇ ਰੱਖਤਾ ਕਿ ਇੱਕ ਭਰਾ ਇੱਕ ਭੈਣ ਨੂੰ ਆ ਗੱਲਾਂ ਕਿਵੇਂ ਬੋਲ ਸਕਦਾ ਆ। ਸੋ ਉਸ ਚੀਜ਼ ਨੇ ਮਨ ਬਹੁਤ ਖਰਾਬ ਕੀਤਾ। ਫਿਰ ਮੈਂ ਸਪੈਸ਼ਲੀ ਉਸੇ ਟਾਈਮ ਜਲੰਧਰ ਗਈ ਤੇ ਦੇਖਿਆ ਜਾ ਕੇ FIR ਨਹੀਂ ਹੋਈ। ਫਿਰ ਉਹਦੇ ਪਰਿਵਾਰ ਨੂੰ ਵੀ ਸਮਝਾਇਆ, ਉਹਦਾ ਪਰਿਵਾਰ ਕਹਿੰਦਾ ਸੀ ਬੇਦਖਲ ਕਰ ਦਿੰਦੇ ਆ ਪਰ ਆਪਾਂ ਕੇਸ ਨਹੀਂ ਕਰਦੇ। ਫਿਰ ਉਹਨਾਂ ਨੂੰ ਹਾਕਮਵੀਰ ਜੀ ਨੇ ਗੀਤਾ ਉਪਦੇਸ਼ ਦਿੱਤਾ ਕਿ ਜਦੋਂ ਆਪਾਂ ਯੁੱਧ ਦੇ ਮੈਦਾਨ 'ਚ ਖੜੇ ਹੁੰਦੇ ਆ ਤਾਂ ਦੁਸ਼ਮਣ ਫਿਰ ਕੋਈ ਵੀ ਹੈ ਨਾ, ਤੇ ਉਹਨੂੰ ਆਪਾਂ ਨੂੰ ਕੱਟਣਾ ਹੀ ਪੈਂਦਾ, ਨਸੂਰ ਬਣ ਜਾਂਦਾ ਤਾਂ ਆਪਾਂ ਨੂੰ ਆਪ ਕੱਟਣਾ ਪੈਂਦਾ, ਤੇ ਉਹ ਤਾਂ ਫਿਰ ਵੀ ਇਨਸਾਨ ਆ। ਤੇ ਫਿਰ ਉਹ ਸਾਰੇ ਜਣੇ ਮਤਲਬ ਐਗਰੀ ਹੋ ਗਏ ਤੇ ਉਹ ਬੱਚੀ ਦੇ ਨਾਲ ਖੜਿਆ। ਹੁਣ ਬੱਚੀ ਦੇ ਮਾਪੇ ਵੀ ਉਹਨੂੰ ਸਪੋਰਟ ਕਰ ਰਹੇ ਆ, ਸੋ ਸਾਰੇ ਜਣੇ ਸਪੋਰਟ ਕਰ ਰਹੇ ਆ। ਇਹ ਬਹੁਤ, ਤੇ ਬੱਚੀ ਦੇ ਵਿੱਚ ਵੀ ਹਿੰਮਤ ਆ। ਸੋ ਬੱਚੇ ਨੂੰ ਵੀ ਹਿੰਮਤ ਕਰਨੀ ਚਾਹੀਦੀ ਹੈ ਇਸ ਚੀਜ਼ ਦੇ ਖਿਲਾਫ ਬੋਲਣ ਦੀ, ਔਰ ਪਰਿਵਾਰ ਨੂੰ ਵੀ ਇਹ ਚਾਹੀਦਾ ਕਿ ਉਹ ਸਾਥ ਦੇਣ। ਸੋ ਆ ਹੈਗਾ। ਤੇ ਇੱਕ ਹੈਗਾ ਆ ਮਈ ਦੇ ਵਿੱਚ ਹੀ ਹੋਇਆ, ਨਿਹਾਲ ਸਿੰਘ ਵਾਲਾ ਹੈ ਮੋਗੇ ਕੋਲ। ਉੱਥੇ ਇੱਕ ਨਿਹੰਗ ਫਾਦਰ ਆ। ਨਿਹੰਗ ਮੈਂ ਇਸ ਲਈ ਮੈਂਸ਼ਨ ਕੀਤਾ ਬਿਕੋਜ਼ ਉਹਨੇ ਪ੍ਰੋਪਰ ਬਾਣਾ ਪਾਇਆ ਹੋਇਆ ਆ। ਸੋ ਉਹ ਹੋਊਗਾ 35-36 ਸਾਲ ਦਾ। ਤੇ ਉਹ ਬੰਦਾ ਪਿਛਲੇ ਕਈ, ਬੇਟੀ 14 ਸਾਲਾਂ ਦੀ ਆ, ਉਹਦੀ ਵਾਈਫ ਨੇ ਨੋਟਿਸ ਕੀਤਾ ਕਿ ਉਹ ਆਪਦੀ ਬੱਚੀ ਦੇ ਨਾਲ ਨਾ ਕੁਛ ਗਲਤ ਜਿਹਾ ਬਿਹੇਵ ਕਰਦਾ। ਤੇ ਉਹਦੀ ਫਿਰ ਵਾਈਫ ਨੇ ਆਪਣੀ ਬੇਟੀ ਨੂੰ ਪੁੱਛਿਆ ਵੀ ਕੀ ਚੱਕਰ ਆ, ਵੀ ਤੇਰਾ ਡੈਡ ਤੇਰੇ ਨਾਲ ਕੁਛ ਏਦਾਂ ਜੇ ਕਰਦਾ। ਕਿਉਂਕਿ ਉਹਦੀ ਮਦਰ ਵੀ ਉਹ ਦੇਖਦੇ ਰਹਿੰਦੇ, ਉਹਨਾਂ ਨੂੰ ਪਤਾ ਹੁੰਦਾ ਨਾ ਥੋੜ੍ਹੀਆਂ ਹੁਣ ਵੀ ਆ ਫਾਦਰ ਵੀ ਕਰ ਸਕਦਾ। ਸੋ ਸਾਰੇ ਸ਼ੱਕ ਕਰਦੇ, ਦੇਖ ਕੇ ਬਿਹੇਵੀਅਰ ਤੋਂ ਪਤਾ ਲੱਗ ਜਾਂਦਾ ਹੈ ਕਿ ਉਹਦੀ ਬ੍ਰੈਸਟ ਨੂੰ ਏਦਾਂ ਕਿਉਂ ਟੱਚ ਕਰ ਰਿਹਾ। ਤੇ ਫਿਰ ਉਹਨੇ ਬੱਚੀ ਨੂੰ ਬਿਠਾ ਕੇ ਪੁੱਛਿਆ ਤੇ ਫਿਰ ਬੱਚੀ ਨੇ ਦੱਸਿਆ ਕਿ ਉਹ ਬੰਦਾ ਜਿਹੜਾ ਹੈਗਾ ਆ ਉਹ ਬੱਚੀ ਨੂੰ ਗੰਦੀਆਂ ਮੂਵੀਜ਼ ਦਿਖਾਉਂਦਾ ਸੀਗਾ। ਤੇ ਫਿਰ ਜਦੋਂ ਸਾਰੇ ਸੌਂ ਜਾਂਦੇ ਸੀ ਉਹਦਾ ਮੂੰਹ ਬੰਨ ਕੇ ਉਹਨੂੰ ਪਿਛਲੇ ਕਮਰੇ 'ਚ ਲਿਜਾ ਕੇ ਤੇ ਉਹਦੀ ਬੈਕ ਸਾਈਡ ਦੇ ਉੱਤੇ ਮਤਲਬ ਉਹਦੇ ਨਾਲ ਜੋ ਸ਼ੋਸ਼ਣ ਕਰਦਾ ਸੀਗਾ। ਸੋ ਇਹ ਦੋ ਕੇਸ ਨੇ ਜਿਨ੍ਹਾਂ ਨੇ ਮਤਲਬ ਰੂਹ ਨੂੰ ਟੋਟਲੀ ਹਿਲਾ ਕੇ ਰੱਖਤਾ ਕਿ ਅੱਛਾ ਆਹ ਚੀਜ਼ਾਂ ਵੀ ਹੁੰਦੀਆਂ ਨੇ। ਕਿਉਂਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ, ਕੁੜੀ ਦੀ ਜ਼ਿੰਦਗੀ ਦੇ ਵਿੱਚ ਇਹ ਦੋ ਰਿਸ਼ਤੇ ਹੁੰਦੇ ਆ ਜਿਨ੍ਹਾਂ ਤੋਂ ਇਹ ਸਿਕਿਉਰਿਟੀ ਪਾਲਦੀ ਹੈ। ਤੇ ਜਦੋਂ ਆਹ ਰਿਸ਼ਤੇ ਹੀ ਏਦਾਂ ਕਰ ਜਾਣ ਤੇ ਫਿਰ ਬਚਿਆ ਕੌਣ ਆ, ਵੀ ਕਿਹਦੇ ਤੇ ਯਕੀਨ ਕੀਤਾ ਜਾਵੇ। ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਰਿਸ਼ਤੇ ਜਿਹੜੇ ਆ ਤੁਹਾਨੂੰ ਤਾਰ-ਤਾਰ ਹੁੰਦੇ ਪ੍ਰਤੀਤ ਹੋ ਰਹੇ ਆ, ਜਿਹੋ ਜਿਹੇ ਤੁਹਾਡੇ ਕੋਲ ਕੇਸ ਆ ਰਹੇ ਆ। ਜਦੋਂ ਕਿਸੇ ਬੱਚੇ ਦੇ ਨਾਲ ਸ਼ੋਸ਼ਣ ਹੁੰਦਾ ਆ ਤਾਂ ਉਸਦੀ ਸ਼ਿਕਾਇਤ ਜਿਹੜੀ ਹੈ ਕਿੱਥੇ ਦਰਜ ਕਰਵਾਈ ਜਾ ਸਕਦੀ ਹੈ? ਬੱਚੇ ਦੀ ਜਿਹੜੀ, ਇੱਕ ਤਾਂ ਮੈਂ ਆਮ ਹੀ ਕਹਿੰਦੀ ਆ ਕਿ ਜੇ ਨਹੀਂ ਤੁਹਾਡੀ ਕੋਈ ਸੁਣ ਰਿਹਾ ਤੁਸੀਂ ਮੈਨੂੰ ਵੀ ਦੱਸ ਸਕਦੇ ਹੋ, ਫਿਰ ਉਹਨਾਂ ਦਾ ਪ੍ਰੋਪਰ ਚੈਨਲ ਨਾਲ ਆਪਾਂ ਕੰਪਲੇਂਟ ਕਰਦੇ ਆ। ਪਹਿਲਾਂ ਤਾਂ ਜਾ ਕੇ ਥਾਣੇ ਦੇ ਵਿੱਚ ਹੀ ਰਿਪੋਰਟ ਦੇ ਦਿਓ ਆਪਣੀ। ਅਦਰਵਾਈਜ਼ ਚਾਈਲਡ ਕੇਅਰ ਵਾਲੇ ਹੁੰਦੇ ਆ, ਚਾਈਲਡ ਪ੍ਰੋਟੈਕਸ਼ਨ ਕਮਿਸ਼ਨ ਬਣਿਆ ਹੋਇਆ, ਬਟ ਉਹ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਮੈਨੂੰ ਨਹੀਂ ਲੱਗੀ ਹੈਗੀ। ਸੋ ਬੈਟਰ ਇਹੀ ਆ ਕਿ ਚਾਈਲਡ ਅਬਿਊਜ਼ ਨੂੰ ਤਾਂ ਕਿਉਂਕਿ ਲੀਗਲ ਏਡ ਮਿਲਦੀ ਹੋਈ ਆ। ਸੋ ਮੈਂ ਤਾਂ ਇਹੀ ਕਹੂੰਗੀ ਕਿ ਜੇ ਤੁਹਾਨੂੰ ਨਹੀਂ ਸਮਝ ਆਉਂਦਾ ਤੁਸੀਂ ਮੈਨੂੰ ਕੰਟੈਕਟ ਕਰੋ, ਇੰਸਟਾਗ੍ਰਾਮ ਦੇ ਉੱਤੇ DM ਕਰ ਦਿਓ ਜਾਂ ਉੱਥੇ ਨੰਬਰ ਦਿੱਤਾ ਹੋਇਆ ਆ। ਚਾਈਲਡ ਅਬਿਊਜ਼ ਵਾਲਾ ਤਾਂ ਇੱਕ ਮੇਰੇ ਪੇਜ ਦੇ ਉੱਤੇ ਮੈਸੇਜ ਹੀ ਆਊਗਾ ਕਿ ਚਾਈਲਡ ਅਬਿਊਜ਼ ਦਾ ਕੇਸ ਆ। ਮੈਂ ਕਿਸੇ ਵੀ ਕੇਸ ਨੂੰ ਛੱਡ ਕੇ ਉਸ ਕੇਸ ਨੂੰ ਸੀਰੀਅਸ ਲੈਂਦੀ ਹਾਂ ਕਿਉਂਕਿ ਮੈਨੂੰ ਹੈ ਕਿ ਉਹ ਬਚਪਨ ਬਚਾਇਆ ਜਾ ਸਕੇ, ਕਿਉਂਕਿ ਆਪ ਵੀ ਉਹ ਚੀਜ਼ਾਂ ਬਚਪਨ ਦੇ ਵਿੱਚ ਫੇਸ ਕੀਤੀਆਂ ਨੇ। ਸੋ ਸਮਝ ਆਉਂਦੀ ਹੈ ਕਿ ਇਹ ਇੱਕ ਟਰੌਮਾ ਦੇ ਦਿੰਦੀਆਂ ਨੇ ਜਿਹੜੀ ਸਾਰੀ ਜ਼ਿੰਦਗੀ ਉਹਨਾਂ ਨੂੰ ਪਰੇਸ਼ਾਨ ਕਰਦੀਆਂ ਨੇ। ਸੋ ਉਹ ਮੈਨੂੰ ਕੰਟੈਕਟ ਕਰ ਸਕਦੇ ਨੇ ਮੇਰੇ ਫੇਸਬੁੱਕ ਪੇਜ ਦੇ ਉੱਤੇ, ਇੰਸਟਾਗ੍ਰਾਮ ਪੇਜ ਦੇ ਉੱਤੇ।
ਜੀ ਉਹ ਤੁਹਾਡੇ ਨਾਲ ਵੀ ਸੰਪਰਕ ਕਰ ਸਕਦਾ ਹੈ। ਜੇਕਰ ਸਿੱਧਾ ਹੀ ਉਹ ਸ਼ਿਕਾਇਤ ਦਰਜ ਕਰਵਾਉਣ ਤਾਂ ਬੱਚੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਜਾਂ ਉਸਦੇ ਮਾਪਿਆਂ ਵੱਲੋਂ ਕਰਵਾਈ ਜਾਂਦੀ ਹੈ? ਇਹ ਜਿਹੜੀ ਦਰਖਾਸਤ ਹੈ ਜੀ, ਇਹ ਕਿਸੇ ਵੱਲੋਂ ਵੀ ਦਿੱਤੀ ਜਾ ਸਕਦੀ ਹੈ। ਇੱਕ ਅਨਨੋਨ ਪਰਸਨ ਵੀ ਦੇ ਸਕਦਾ ਆ, ਪੇਰੈਂਟਸ ਵੀ ਦੇ ਸਕਦੇ ਆ, ਬੱਚਾ, ਕਿਉਂਕਿ ਪੇਰੈਂਟਸ ਦਾ ਨਹੀਂ ਸਾਥ ਦਿੰਦਾ ਤੇ ਬੱਚਾ ਵੀ ਦੇ ਸਕਦਾ ਆ। ਜਿਵੇਂ ਮੈਂ ਦੱਸਿਆ ਹੀ ਆ, ਵਾਂ ਪਿੰਡ ਦੇ ਵਿੱਚ ਕੰਪਲੇਨੈਂਟ ਮੈਂ ਸੀਗੀ, ਸੋ ਮੈਂ ਉਸ ਚੀਜ਼ ਦੀ ਕੰਪਲੇਂਟ ਕੀਤੀ ਸੀਗੀ, ਸੋ ਇਹਦੀ ਕੰਪਲੇਂਟ ਕੋਈ ਵੀ ਕਰ ਸਕਦਾ ਆ। ਇਹ ਤਾਂ ਤੁਸੀਂ ਗੱਲ ਕੀਤੀ ਹੈ ਤੁਹਾਡੇ ਕੋਲ ਜਿਹੜੇ ਕੁੜੀਆਂ ਦੇ ਕੇਸ ਆਏ ਸੀ, ਤੁਹਾਡੇ ਕੋਲ ਮੁੰਡਿਆਂ ਦੇ ਵੀ ਕੇਸ ਆਉਂਦੇ ਆ ਯੌਨ ਸ਼ੋਸ਼ਣ ਸੰਬੰਧੀ? ਬਿਲਕੁਲ, ਜੇ ਆਪਾਂ ਰਿਕਾਰਡ ਦੇਖੀਏ, ਐਵਰੀ 5th ਗਰਲ ਤੇ ਐਵਰੀ 20th ਬॉय ਜਿਹੜਾ ਹੈਗਾ ਆ, ਉਹ ਚਾਈਲਡ ਅਬਿਊਜ਼ ਦਾ ਸ਼ਿਕਾਰ ਹੈਗਾ। ਉਹ ਕਿਸੇ ਵੀ ਫਾਰਮ ਦੇ ਵਿੱਚ ਹੋ ਸਕਦਾ ਸਿੰਪਲ ਪ੍ਰਾਈਵੇਟ ਪਾਰਟਸ ਨੂੰ ਟੱਚ ਕੀਤਾ ਗਿਆ, ਹੋ ਸਕਦਾ ਕਿ ਉਹਨਾਂ ਦੇ ਕਿਸ ਕਰ ਦਿੱਤੀ ਗਈ ਹੋਵੇ, ਹੋ ਸਕਦਾ ਉਹਨਾਂ ਦੀ ਨਿਊਡ ਫੋਟੋਗ੍ਰਾਫੀ ਕਰ ਦਿੱਤੀ ਗਈ ਹੋਵੇ, ਲਾਈਕ ਐਨੀ ਕਾਈਂਡ ਆਫ ਜਿਹੜਾ ਹੈਗਾ ਚਾਈਲਡ ਸੈਕਸ ਅਬਿਊਜ਼ ਹੈਗਾ ਆ, ਉਹਦੇ ਵਿੱਚ ਇਹ ਰਿਕਾਰਡ ਹੈਗਾ ਆ। ਤੇ ਐਵਰੀ 20th ਬॉय ਮੀਨਸ ਆਬਵੀਅਸ ਬੱਚੇ ਵੀ ਸੇਫ ਨਹੀਂ ਗੇ। ਹੁਣੀ ਉਹ ਵੀ ਲੋਕਡਾਊਨ ਦੇ ਟਾਈਮ, ਮਾਰਚ ਦਾ ਗੱਲ ਆ, 23 ਮਾਰਚ ਦੇ ਨੇੜੇ ਤੇੜੇ ਦੀ ਗੱਲ, 23 ਮਾਰਚ ਦੀ, 23 ਮਾਰਚ ਨੂੰ ਪਿੰਡ ਹੈ ਮਹੇਸ਼ਰੀ, ਉੱਥੇ ਇੱਕ 11 ਸਾਲ ਦੇ ਮੁੰਡੇ ਨੂੰ ਰੇਪ ਕਰਕੇ ਉਹਦੇ ਗੁਆਂਢੀ ਵੱਲੋਂ ਸਾੜ ਦਿੱਤਾ ਗਿਆ। ਸੋ ਗੁਆਂਢੀ ਜੇਲ੍ਹ ਦੇ ਵਿੱਚ ਆ, ਹੁਣ ਉਹਦੀ ਮਦਰ ਨੂੰ ਅਸੀਂ ਸਪੋਰਟ ਕਰ ਰਹੇ ਹਾਂ। ਪਰ ਮੈਨੂੰ ਦੁੱਖ ਪਤਾ ਕੀ ਹੁੰਦਾ ਆ ਕਿ ਆਹ 3 ਕੇਸ ਆ ਜਿਹੜੇ ਤਿੰਨੋਂ, ਮਤਲਬ ਉਹ ਕਹਿੰਦੇ ਨਹੀਂ ਵੀ ਬਾਕੀ ਕ੍ਰਾਈਮ ਤਾਂ ਹੁੰਦੇ ਆ, ਜੱਗੋਂ 13ਵੇਂ ਕੇਸ ਆ। ਔਰ ਇਹੋ ਜਿਹੇ ਕੇਸਿਸ ਦੀ ਮਤਲਬ ਕਿਸੇ ਮੀਡੀਆ ਨੇ ਕਵਰੇਜ ਹੀ ਨਹੀਂ ਕੀਤੀ। ਆ ਵੀ ਚਲੋ ਉੱਥੇ ਅਸੀਂ ਚਲੇ ਗਏ, ਮੀਡੀਆ ਬੁਲਾ ਲਿਆ, ਹਾਈਲਾਈਟ ਹੋ ਗਿਆ ਜਲੰਧਰ ਵਾਲਾ ਕੇਸ, ਨਿਹਾਲ ਸਿੰਘ ਵਾਲਾ ਕੇਸ ਤੇ ਆ ਮਹੇਸ਼ਰੀ ਪਿੰਡ ਵਾਲਾ ਕੇਸ, ਜਿਹਨੂੰ ਆਪਾਂ ਨੂੰ ਹਾਈਲਾਈਟ ਕਰਨ ਦੀ ਲੋੜ ਹੈ ਕਿ ਇੱਕ ਮੁੰਡੇ ਨੂੰ ਮਤਲਬ ਅੱਗ ਲਾ ਕੇ ਸਾੜ ਦਿੱਤਾ ਗਿਆ। ਦੱਸੋ ਕਿੰਨਾ ਹਿੰਡਰਸ ਕ੍ਰਾਈਮ ਹੋਊਗਾ। ਠੀਕ ਆ, ਮੈਂ ਇਹਦੇ ਨਾਲ ਕੰਪੇਅਰ ਕਰਕੇ ਦੱਸਦੀ ਹਾਂ। ਹੈਦਰਾਬਾਦ ਦੇ ਵਿੱਚ ਇੱਕ ਵੈਟਨਰੀ ਡਾਕਟਰ ਨੂੰ ਰੇਪ ਕਰਕੇ ਸਾੜ ਦਿੱਤਾ ਗਿਆ, ਪੂਰੇ ਇੰਡੀਆ ਤੱਕ ਹਿੱਲ ਗਿਆ। ਠੀਕ ਹੈ, ਇੱਕ ਪੰਜਾਬ ਦੇ ਵਿੱਚ 11 ਸਾਲ ਦੇ ਬੱਚੇ ਨੂੰ, ਠੀਕ ਹੈ, ਉਸ ਬੱਚੇ ਨੂੰ ਰੇਪ ਕਰਕੇ ਅੱਗ ਲਾ ਕੇ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਹੋਵੇ, ਤੇ ਜਿਹਦੀ ਚੱਪਲਾਂ ਤੋਂ, ਉਹਦੇ ਕੱਪੜਿਆਂ ਤੋਂ ਦੀ ਮਾਂ ਨੇ ਪਛਾਣ ਕੀਤੀ ਹੋਵੇ, ਉਦੋਂ ਬਾਅਦ ਚ ਪਤਾ ਲੱਗਿਆ ਹੋਵੇ ਕਿ ਬੱਚੇ ਦਾ ਰੇਪ ਹੋਇਆ ਆ। ਤੁਸੀਂ ਸੋਚੋ ਵੀ ਏਦੋਂ ਦਰਿੰਦਗੀ ਵਾਲੀ ਕਿਹੜੀ ਗੱਲ ਹੋਊਗੀ। ਔਰ ਉਹ ਕਿਸੇ ਵੀ ਮਤਲਬ ਮੀਡੀਆ ਦੇ ਉੱਤੇ ਉਹ ਖਬਰ ਨਹੀਂ ਆਈ। ਕਿਹੜੀਆਂ ਧਾਰਾਵਾਂ ਦੇ ਤਹਿਤ ਜਿਹੜਾ ਕੇਸ ਦਰਜ ਕੀਤਾ ਜਾਂਦਾ ਹੈ ਜਿਹੜੇ ਬੱਚਿਆਂ ਦੇ ਨਾਲ ਚਾਈਲਡ ਅਬਿਊਜ਼ ਹੁੰਦਾ ਹੈ? ਲਈ ਨਾ ਪ੍ਰੋਪਰ ਇੱਕ ਐਕਟ ਬਣਿਆ ਹੋਇਆ ਆ, ਜਿਹੜਾ ਬੱਚਿਆਂ ਦਾ ਹੈਗਾ, ਪੌਕਸੋ ਐਕਟ ਹੈਗਾ ਆ, ਉਹਦੇ ਅੰਡਰ ਡੀਲ ਹੁੰਦਾ ਆ। ਸਭ ਤੋਂ ਜ਼ਿਆਦਾ ਮਤਲਬ ਜਿੱਥੇ ਪ੍ਰੋਪਰ ਰੇਪ ਹੁੰਦਾ ਆ, ਉਹ ਸੈਕਸ਼ਨ 6 ਹੈਗਾ ਆ ਉਹਦਾ, ਜਿਹੜਾ ਸਾਰਿਆਂ ਨੂੰ ਪਤਾ, ਜਿਵੇਂ IPC ਦਾ 376 ਹੈਗਾ ਆ। ਸੋ ਅਨਨੈਚੁਰਲ ਸੈਕਸ ਦਾ ਆਪਾਂ 377 ਆ ਜਾਂਦਾ ਆ। ਸੋ ਬਾਕੀ ਹੋਰ ਵੀ ਧਾਰਾਵਾਂ ਹੈਗੀਆਂ ਆ, ਹੋਰ ਅਸੌਲਟ ਆ ਜਾਂਦੇ ਆ। ਉਹ ਜਿਹੜਾ ਪੌਕਸੋ ਐਕਟ ਆ, ਉਹ ਸਾਰੀਆਂ ਚੀਜ਼ਾਂ ਨੂੰ ਕਵਰ ਕਰਦਾ ਆ। ਪੁਲਿਸ ਵੱਲੋਂ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਦੋਂ ਇਹਨਾਂ ਬੱਚਿਆਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ? ਜਿਹੜਾ ਪੌਕਸੋ ਐਕਟ ਦਾ ਸੈਕਸ਼ਨ 24 ਹੈਗਾ ਆ ਤੇ 228A IPC ਹੈਗਾ ਆ, ਉਹਨਾਂ ਦੇ ਤਹਿਤ ਤੇ ਕੁਝ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ, ਡਾਇਰੈਕਸ਼ਨਸ ਹੈਗੀਆਂ ਨੇ। ਉਹ ਕਹਿੰਦੀਆਂ ਨੇ ਕਿ ਬੱਚੇ ਦੀ ਜਿਹੜੀ ਆਇਡੈਂਟੀਟੀ ਉਹਨੂੰ ਤੁਸੀਂ ਡਿਸਕਲੋਜ਼ ਨਹੀਂ ਕਰ ਸਕਦੇ ਹੈਗੇ, ਤੇ ਪੁਲਿਸ ਬੱਚੇ ਦੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰੂਗੀ। ਤੇ ਜਿਹੜਾ ਪੌਕਸੋ ਐਕਟ ਦਾ ਸੈਕਸ਼ਨ, ਪਹਿਲਾਂ ਮੈਂ ਸੈਕਸ਼ਨ 24 ਦੱਸ ਦਿੰਦੀ ਹਾਂ। ਜਿਹੜਾ ਸੈਕਸ਼ਨ 24 ਆ ਪੌਕਸੋ ਦਾ, ਉਹ ਕਹਿੰਦਾ ਆ ਕਿ ਜਿਹੜੇ ਵੀ ਬੱਚੇ ਦੀ ਸਟੇਟਮੈਂਟ ਆ, ਉਹਨੂੰ ਰਿਕਾਰਡ ਕਰਨਾ ਬੱਚੇ ਦੀ ਚੁਆਇਸ ਆਫ ਪਲੇਸ ਹੋਣੀ ਚਾਹੀਦੀ ਆ। ਕਿਤੇ ਵੀ ਜਾ ਕੇ ਇਹ ਨਹੀਂਗਾ ਕਿ ਬੱਚੇ ਨੂੰ ਥਾਣੇ ਬੁਲਾ ਲਿਆ, ਉੱਥੇ ਆ ਕੇ ਤੁਸੀਂ ਬੱਚੇ ਦੀ ਸਟੇਟਮੈਂਟ ਰਿਕਾਰਡ ਕਰੋਗੇ। ਨੋ, ਬੱਚੇ ਦੀ ਪਲੇਸ ਆਫ ਚੁਆਇਸ ਹੋਣੀ ਚਾਹੀਦੀ ਆ। ਉਹਦਾ ਘਰ ਵੀ ਹੋ ਸਕਦਾ, ਕੋਈ ਰੈਸਟੋਰੈਂਟ ਵੀ ਹੋ ਸਕਦਾ, ਉਹ ਕੋਈ ਪਾਰਕ ਹੋ ਸਕਦੀ ਹੈ, ਜਾਂ ਵੇਅਰ ਐਵਰ ਦੀ ਚਾਈਲਡ ਇਜ਼ ਕੰਫਰਟੇਬਲ। ਤੇ ਦੂਜੀ ਗੱਲ ਆ ਕਿ ਸਬ ਇੰਸਪੈਕਟਰ ਤੋਂ ਥੱਲੇ ਰੈਂਕ ਦੀ ਮਤਲਬ ਕੋਈ ਫੀਮੇਲ ਆਫਿਸਰ ਨਹੀਂ ਹੋਏਗੀ। ਮਤਲਬ ਫੀਮੇਲ ਆਫਿਸਰ ਚਾਹੀਦੀ ਆ, ਉਹ ਸਬ ਇੰਸਪੈਕਟਰ ਮਿਨੀਮਮ ਉਹਦਾ ਰੈਂਕ ਹੋਵੇ, ਜੋ ਉਹ ਡੀਲ ਕਰੇਗੀ। ਐਂਡ ਉਹ ਬਿਲਕੁਲ ਵੀ ਜਿਹੜੀ ਹੈਗੀ ਆ, ਉਹ ਸਟ੍ਰਿਕਟਲੀ ਲਿਖਿਆ ਹੋਇਆ ਕਿ ਉਹ ਪੁਲਿਸ ਯੂਨੀਫਾਰਮ 'ਚ ਨਹੀਂ ਹੋਣੀ ਚਾਹੀਦੀ। ਉਹ ਸਿਵਲ ਦੇ ਵਿੱਚ ਬੱਚੇ ਨਾਲ, ਬੱਚੇ ਦੀ ਲੈਂਗੁਏਜ ਦੇ ਵਿੱਚ ਜਾ ਕੇ ਰਿਕਾਰਡ ਕਰੇਗੀ, ਉਹਦੇ ਨਾਲ ਉਹਦੀ ਭਾਸ਼ਾ 'ਚ ਗੱਲ ਕਰੇਗੀ। ਫਿਰ ਇਹ ਵੀ ਪੂਰਾ ਸਟ੍ਰਿਕਟਲੀ ਉਹਦੇ ਵਿੱਚ ਦਿੱਤਾ ਗਿਆ ਆ ਕਿ ਆਫਟਰ ਲਾਈਕ ਜਦੋਂ ਸੂਰਜ ਢਲ ਜਾਂਦਾ ਆ, ਕਿਸੇ ਵੀ ਹਾਲਤ 'ਚ, ਇਨ ਐਨੀ ਕੰਡੀਸ਼ਨ, ਬੱਚੇ ਨੂੰ ਪੁਲਿਸ ਸਟੇਸ਼ਨ ਨਹੀਂ ਬੁਲਾਇਆ ਜਾਏਗਾ ਕਿਸੇ ਵੀ ਹਾਲਤ ਦੇ ਵਿੱਚ। ਤੇ ਇਹ ਜਿਹੜੀਆਂ ਹੈਗੀਆਂ ਪ੍ਰੀਕਾਸ਼ਨ ਉਹਨਾਂ ਵੱਲੋਂ ਲੈਣੇ ਜ਼ਰੂਰੀ ਆ। ਤੇ 228 ਇਹ ਕਹਿੰਦਾ ਕਿ ਤੁਸੀਂ ਕੁਝ ਵੀ ਪ੍ਰਿੰਟ ਨਹੀਂ ਕਰ ਸਕਦੇ ਹੈਗੇ, ਤੁਸੀਂ ਮੀਡੀਆ ਨੂੰ ਮਤਲਬ ਉਹਦੀ ਆਇਡੈਂਟੀਟੀ ਡਿਸਕਲੋਜ਼ ਨਹੀਂ ਕਰ ਸਕਦੇ। ਜਿਵੇਂ ਹੁਣ ਪੁਲਿਸ ਨੇ ਕਤਾਹੀ ਕੀਤੀ ਆ, ਜਿਹੜਾ ਜਲੰਧਰ ਵਾਲਾ ਕੇਸ ਸੀ, ਉਹਦੇ ਵਿੱਚ ਪੁਲਿਸ ਉਹਨੂੰ ਗੱਡੀ ਤੇ ਸਕੂਟੀ ਤੇ ਬਿਠਾ ਕੇ ਲਿਆ ਰਹੀ ਆ। ਇੱਕ ਤਾਂ ਉਹਦੇ ਨਿਯਮ ਤੋੜ ਰਹੀ ਆ, ਕਰਫਿਊ ਦੇ ਨਿਯਮ, ਦੂਜੀ ਉਹਦੇ ਯੂਨੀਫਾਰਮ ਪਾਈ ਹੋਈ ਆ, ਉਹਨੇ 200 ਜਿਹੜਾ ਸੈਕਸ਼ਨ 24 ਹੈਗਾ ਉਹਦੀ ਵਾਇਲੇਸ਼ਨ ਕਰਤੀ। ਤੇ ਉਦੋਂ ਬਿਨਾ ਉਹਨੇ ਆਪਣਾ ਕੀ ਬੋਲਦੇ ਆ,
ਜਿਹੜਾ 228 ਏ ਹੈਗਾ ਆ ਉਹਨੂੰ ਵੀ ਵਾਇਲੇਟ ਕੀਤਾ ਕਿਉਂਕਿ ਉਹਨਾਂ ਨੇ ਜਿਹੜੀ ਮੁੰਡੇ ਦੀ ਉਹਦੇ ਬ੍ਰਦਰ ਦੀ ਆਇਡੈਂਟੀਟੀ ਆ ਉਹ ਡਿਸਕਲੋਜ਼ ਕਰਦੀ। ਜਦ ਬ੍ਰਦਰ ਦੀ ਆਇਡੈਂਟੀਟੀ ਡਿਸਕਲੋਜ਼ ਹੋ ਗਈ ਤਾਂ ਨੈਚੁਰਲੀ ਸਿਸਟਰ ਦੀ ਵੀ ਹੋਣੀ ਹੋਈ ਆ। ਜਿਵੇਂ ਨਿਹਾਲ ਸਿੰਘ ਵਾਲਾ ਆ ਉਹਦੇ ਫਾਦਰ ਦੀ ਫੋਟੋਜ਼ ਘੁੰਮ ਰਹੀਆਂ ਨੇ, ਜਦ ਫਾਦਰ ਦੀ ਆਇਡੈਂਟੀਟੀ ਡਿਸਕਲੋਜ਼ ਹੋ ਗਈ ਤਾਂ ਓਬਵੀਅਸ ਜੀ ਗੱਲ ਆ ਸਾਰਿਆਂ ਦੀ ਹੀ ਆਇਡੈਂਟੀਟੀ ਡਿਸਕਲੋਜ਼ ਹੋਏਗੀ। ਸੋ ਉਹ ਚੀਜ਼ ਆ ਨਾ ਜਿਹੜਾ ਵਿਕਟਮ ਦੀ ਆ ਉਹਦੀ ਹੋਰ ਵਿਕਟਮਾਈਜੇਸ਼ਨ ਕਰ ਦਿੰਦੀ ਆ। ਇਹਦੇ ਵਿੱਚ ਜੇਕਰ ਇਕੱਲੇ ਬਿਆਨਾਂ ਨੂੰ ਹੀ ਲਿਆ ਜਾਂਦਾ ਹੈ ਜਾਂ ਫਿਰ ਕੋਈ ਹੋਰ ਵੀ ਸਬੂਤ ਦੀ ਲੋੜ ਪੈਂਦੀ ਹੈ ਜਦੋਂ ਕੋਈ ਬੱਚਾ ਕੇਸ ਦਰਜ ਕਰਵਾਉਂਦਾ ਉਸ ਤੋਂ ਬਾਅਦ? ਨਹੀਂ ਦੇਖੋ, ਬਿਆਨ ਤਾਂ ਕੋਈ ਵੀ ਕਿਸੇ ਦੇ ਖਿਲਾਫ ਦੇ ਦੇਗਾ, ਪਹਿਲੇ ਨੰਬਰ ਤੇ ਉਹਦੀ ਸਟੇਟਮੈਂਟ ਹੈਗੀ ਆ, ਉਦੋਂ ਬਾਅਦ ਉਹਦਾ ਮੈਡੀਕਲ ਹੈਗਾ ਆ ਜੀ। ਸੋ ਮੈਡੀਕਲ ਐਗਜ਼ਾਮੀਨੇਸ਼ਨ ਇਜ਼ ਵੈਰੀ ਇੰਪੋਰਟੈਂਟ ਐਂਡ ਫਿਰ ਮੈਡੀਕਲ ਐਗਜ਼ਾਮੀਨੇਸ਼ਨ ਦੇ ਵਿੱਚ ਵੀ ਆ ਕਿ ਇਨ ਰੇਪ ਕੇਸਿਸ ਇਟ ਸ਼ੁੱਡ ਬੀ ਡਨ ਬਾਈ ਫੀਮੇਲ ਡਾਕਟਰ ਓਨਲੀ ਜੀ। ਤੇ ਇੱਕ ਅਖੀਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਦੇਖੋ ਬੱਚੇ ਆ ਮਾਪਿਆਂ ਨੂੰ ਦੇਖ ਕੇ ਸਿੱਖਦੇ ਆ, ਵੱਡਿਆਂ ਨੂੰ ਦੇਖ ਕੇ ਸਿੱਖਦੇ ਆ। ਸੋ ਮਾਪੇ ਜਾਂ ਵੱਡੇ ਜੋ ਕਰਨਗੇ ਬੱਚੇ ਉਹੀ ਚੀਜ਼ ਸਿੱਖਣਗੇ। ਮੈਂ ਹਮੇਸ਼ਾ ਹੀ ਕਿਤੇ ਵੀ ਬੋਲਦੀ ਆ ਜਾਂ ਗੱਲ ਕਰਦੀ ਆ, ਮੈਂ ਨਾ ਇੱਕ ਕਹਾਣੀ ਕੋਟ ਕਰਦੀ ਹੁੰਦੀ ਆ ਜਿਹੜੀ ਮੈਂ ਕਿਤੇ ਪੜ੍ਹੀ ਸੀਗੀ ਕਿ ਇੱਕ ਟ੍ਰੇਨ ਦੇ ਵਿੱਚ ਇੱਕ ਔਰਤ ਟਰੈਵਲ ਕਰ ਰਹੀ ਸੀਗੀ, ਉਹ ਬੁੱਕ ਪੜ੍ਹ ਰਹੀ ਸੀ ਤੇ ਉਹਦੀ ਛੋਟੀ ਜੀ ਬੱਚੀ ਵੀ ਬੁੱਕ ਪੜ੍ਹ ਰਹੀ ਸੀ। ਇੱਕ ਔਰਤ ਨੇ ਆ ਕੇ ਪੁੱਛਿਆ ਕਿ ਬੱਚੀ ਕਿਤਾਬ ਪੜ੍ਹ ਰਹੀ ਆ ਵੀ ਸਾਡੇ ਬੱਚੇ ਤਾਂ ਟਿਕਦੇ ਨੀ ਗੇ। ਤਾਂ ਉਹਨੇ ਔਰਤ ਨੇ ਕਿਹਾ ਸੀਗਾ ਕਿ ਬੱਚੇ ਨੂੰ ਜੋ ਬੱਚੇ ਕਹਿ ਕੇ ਨਹੀਂ ਸਿੱਖਦੇ ਉਹ ਦੇਖ ਕੇ ਸਿੱਖਦੇ ਆ। ਸੋ ਜੇ ਤੁਸੀਂ ਕਿਤਾਬਾਂ ਵੱਲ ਲੱਗੇ ਹੋਵੋਗੇ ਬੱਚੇ ਕਿਤਾਬਾਂ ਪੜ੍ਹਨਗੇ, ਜੇ ਤੁਸੀਂ ਟੀਵੀ ਤੇ ਗਲਤ ਕੁਛ ਵੀ ਦੇਖੋਗੇ ਤਾਂ ਬੱਚੇ ਉਹ ਚੀਜ਼ਾਂ ਕਰਨਗੇ। ਸੋ ਬੱਚੇ ਮਾਪਿਆਂ ਨੂੰ ਵੱਡਿਆਂ ਨੂੰ ਦੇਖ ਕੇ ਸਿੱਖਦੇ ਆ। ਸੋ ਜੇ ਅਸੀਂ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਹਾਂ, ਜੋ ਅਸੀਂ ਉਹਨਾਂ ਨੂੰ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਉਹਨਾਂ ਦੇ ਸਾਹਮਣੇ ਉਹੋ ਜਿਹਾ ਐਕਟ ਕਰਨਾ ਪਊਗਾ। ਜੇ ਅਸੀਂ ਸਾਰਾ ਦਿਨ ਫੋਨ ਤੇ ਬੈਠੇ ਰਵਾਂਗੇ ਤਾਂ ਬੱਚੇ ਵੀ ਫੋਨ ਮੰਗਣਗੇ, ਠੀਕ ਆ। ਜੇ ਅਸੀਂ ਗਰਾਊਂਡ 'ਚ ਜਾ ਕੇ ਖੇਡਾਂਗੇ ਤਾਂ ਬੱਚੇ ਵੀ ਗਰਾਊਂਡ 'ਚ ਜਾ ਕੇ ਖੇਡਣਗੇ। ਸੋ ਇੱਕ ਤਾਂ ਉਸ ਚੀਜ਼, ਕਿਉਂਕਿ ਬੱਚੇ ਫਿਊਚਰ ਨੇ, ਠੀਕ ਹੈ, ਦੇਸ਼ ਦਾ ਵੀ ਤੁਹਾਡਾ ਵੀ ਸਾਰਿਆਂ ਦਾ। ਸੋ ਲੋਕ ਇਸ ਪਾਸੇ ਧਿਆਨ ਦੇਣ ਕਿ ਬੱਚੇ ਦੀ ਜਿਹੜੀ ਪਰਵਰਿਸ਼ ਹੈ ਉਹ ਬਹੁਤ ਵਧੀਆ ਹੋਣੀ ਚਾਹੀਦੀ ਆ। ਸੋ ਜੋ ਬਾਕੀ ਜੇ ਕਿਤੇ ਵੀ ਇਹੋ ਜਿਹਾ ਕੇਸ ਹੁੰਦਾ ਉਹਨੂੰ ਦੱਬਣ ਦੀ ਕੋਸ਼ਿਸ਼ ਨਾ ਕਰੋ, ਕਿਉਂਕਿ ਜਿਹੜਾ ਦਰਿੰਦਾ ਆ ਉਹ ਕੱਲ ਨੂੰ ਕਿਸੇ ਹੋਰ ਨੂੰ ਸ਼ਿਕਾਰ ਬਣਾਊਗਾ। ਜਦੋਂ ਅਸੀਂ ਚੁੱਪ ਕਰ ਜਾਂਦੇ ਆ ਤਾਂ ਇਹਦਾ ਮਤਲਬ ਹੁੰਦਾ ਅਸੀਂ ਉਹਨੂੰ ਕਹਿ ਰਹੇ ਹਾਂ ਕਿ ਤੂੰ ਕ੍ਰਾਈਮ ਕਰ। ਸੋ ਕਦੇ ਵੀ ਚੁੱਪ ਨਹੀਂ ਬਹਿਣਾ ਚਾਹੀਦਾ, ਚਾਹੇ ਉਹ ਨਿੱਕੀ ਜੀ ਚਾਹੇ ਮਾੜੀ ਜੀ ਛੇੜਛਾੜ ਵੀ ਹੋਵੇ, ਉਦੋਂ ਵੀ ਆਵਾਜ਼ ਚੱਕਣੀ ਜ਼ਰੂਰੀ ਆ। ਕਿਉਂਕਿ ਜਦੋਂ ਅਸੀਂ ਜੀ ਉਹੀ ਗੱਲ ਆ ਕਿ ਚੁੱਪ ਕਰਕੇ ਅਸੀਂ ਉਹਨਾਂ ਨੂੰ ਅਲਾਓ ਕਰਦੇ ਹਾਂ। ਸੋ ਕਦੇ ਵੀ ਆਵਾਜ਼ ਨਹੀਂ ਦੱਬਣੀ ਹੈਗੀ ਤੇ ਇੱਕ ਪ੍ਰੋਪਰ ਚੈਨਲ ਨਾਲ ਚੱਲੋ, ਤੁਹਾਡੇ ਕੋਲ ਹੱਕ ਹੈਗੇ ਨੇ। ਜੇ ਨਹੀਂ ਕੋਈ ਸੁਣਦਾ ਹੈਗਾ ਫਿਰ ਅਸੀਂ ਕਾਹਦੇ ਲਈ, ਆਪਾਂ ਹੈਲਪ ਕਰਨ ਲਈ ਹੀ ਬੈਠੇ ਹਾਂ। ਸੋ ਬਸ ਆਪਣਾ ਭਵਿੱਖ ਅਸੀਂ ਆਪ ਬਚਾਉਣਾ, ਆਪਣੇ ਬੱਚੇ ਅਸੀਂ ਆਪ ਬਚਾਉਣੇ ਆ। ਸੋ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ। ਬੱਚਿਆਂ ਨੂੰ ਕੀ ਕਹਿਣਾ ਚਾਹੋਗੇ? ਜੇ ਬੱਚੇ ਵੀ ਮੈਨੂੰ ਸੁਣਦੇ ਆ ਤਾਂ ਮੈਂ ਬੱਚਿਆਂ ਨੂੰ ਇਹੀ ਕਹੂੰਗੀ ਕਿ ਤੁਸੀਂ ਚੰਗੀਆਂ ਚੰਗੀਆਂ ਚੀਜ਼ਾਂ ਸਿੱਖੋ। ਟੀਵੀ ਦੇਖਣ ਦਾ ਉਹਨਾਂ ਨੂੰ ਕੋਈ ਐਸਾ ਲੋੜ ਨਹੀਂ ਹੈਗੀ, ਗਰਾਊਂਡ 'ਚ ਜਾ ਕੇ ਖੇਡਿਆ ਕਰੋ, ਆਪਣੀਆਂ ਬੁੱਕਸ ਪੜ੍ਹਿਆ ਕਰੋ। ਔਰ ਜੇ ਟੀਵੀ ਦੇਖਣ ਦਾ ਦਿਲ ਕਰਦਾ ਆ ਕਦੇ ਲਾਈਕ ਉਹ ਡਿਜ਼ਨੀ ਦੇ ਉੱਤੇ ਜੋ ਕੁਛ ਹੈਗਾ ਆ ਉਹਨਾਂ ਕੁ ਦੇਖ ਲਿਆ ਕਰੋ, ਠੀਕ ਆ। ਨਿਊਜ਼ ਵੀ ਮੈਂ ਤਾਂ ਕਹਿ ਸਕਦੀ ਵੀ ਹੁਣ ਨਿਊਜ਼ ਦੇਖ ਲਓ, ਕਿਉਂਕਿ ਨਿਊਜ਼ ਦੇ ਉੱਤੇ ਵੀ ਕੋਈ ਗੁੱਡ ਚੀਜ਼ਾਂ ਨਹੀਂ ਆਉਂਦੀਆਂ। ਸੋ ਪ੍ਰੈਫਰ ਹੈ ਕਿ ਤੁਸੀਂ ਆਪਣਾ ਖੇਡੋ, ਪੜ੍ਹਾਈ ਕਰੋ। ਤੇ ਜਿਹੜੇ ਕੋਈ ਵੀ ਇਨਸਾਨ ਆ, ਚਾਹੇ ਉਹ ਤੁਹਾਡਾ ਕੋਈ ਵੀ ਰਿਲੇਟਿਵ ਆ, ਜੇ ਕਿਸੇ ਵੀ ਬੱਚੇ ਦੇ ਕਿਤੇ ਵੀ ਗਲਤ ਜਗ੍ਹਾ ਦੇ ਉੱਤੇ ਟੱਚ ਕਰਦਾ ਆ ਤਾਂ ਉਹ ਇਮੀਡੀਏਟਲੀ ਆਪਣੇ ਮਦਰ ਨੂੰ ਦੱਸੋ, ਕਿਉਂਕਿ ਮਦਰ ਤੁਹਾਨੂੰ ਜ਼ਿਆਦਾ ਸਮਝ ਸਕਦੇ, ਚਾਹੇ ਉਹ ਫਿਰ ਕੋਈ ਵੀ ਹੋਵੇ, ਚਾਹੇ ਤੁਹਾਡਾ ਭੈਣ ਭਰਾ ਹੋਵੇ, ਚਾਹੇ ਫਾਦਰ ਹੋਵੇ। ਤੇ ਜੇ ਤੁਹਾਨੂੰ ਲੱਗਦਾ ਤੁਹਾਡੇ ਮਦਰ ਵੀ ਕਿਸੇ ਇਹੋ ਜਿਹੀ ਜਗ੍ਹਾ ਦੇ ਉੱਤੇ ਤੁਹਾਨੂੰ ਟੱਚ ਕਰ ਰਿਹਾ ਤਾਂ ਤੁਸੀਂ ਕਿਸੇ ਨੂੰ, ਆਪਣੇ ਸਕੂਲ ਟੀਚਰ ਨੂੰ ਦੱਸੋ। ਜੇ ਸਕੂਲ ਦੇ ਵਿੱਚ ਮਤਲਬ ਕਿਤੇ ਵੀ ਕੋਈ ਵੀ ਇਹੋ ਜਿਹਾ ਕਰ ਰਿਹਾ ਤੇ ਜਿਹਦੇ ਤੇ ਤੁਹਾਨੂੰ ਭਰੋਸਾ ਹੈ ਉਹਦੇ ਨਾਲ ਇਹ ਗੱਲ ਕਰੋ। ਕਿਉਂਕਿ ਜੇ ਤੁਸੀਂ ਅੱਜ ਚੁੱਪ ਬੈਠੋਗੇ ਤਾਂ ਕੱਲ ਨੂੰ ਉਹ ਤੁਹਾਨੂੰ ਹੋਰ ਤੰਗ ਪਰੇਸ਼ਾਨ ਕਰੂ ਤੇ ਤੁਹਾਡੀ ਜ਼ਿੰਦਗੀ ਖਰਾਬ ਕਰਨ ਦੀ ਕੋਸ਼ਿਸ਼ ਕਰੂ ਤੇ ਫਿਊਚਰ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਡਿਸਟਰਬ ਕਰਨਗੀਆਂ। ਜੀ, ਐਡਵੋਕੇਟ ਸਿਮਰਨਜੀਤ ਕੌਰ ਜੀ, ਤੁਸੀਂ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ। ਤੁਸੀਂ ਮੇਰੀ ਆਵਾਜ਼ ਨੂੰ, ਮੇਰੀ ਗੱਲ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ ਤੇ ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਦਰਸ਼ਕੋ, ਅੱਜ ਸਾਨੂੰ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਹੋਰਾਂ ਨੇ ਚਾਈਲਡ ਅਬਿਊਜ਼ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਨੇ ਸਾਨੂੰ ਝੰਜੋੜ ਕੇ ਰੱਖ ਦੇਣ ਵਾਲੇ ਕੇਸਾਂ ਬਾਰੇ ਵੀ ਦੱਸਿਆ ਹੈ। ਲੋੜ ਹੈ ਸਾਨੂੰ ਜਾਗਰੂਕ ਹੋਣ ਦੀ, ਇਹਨਾਂ ਖਿਲਾਫ ਆਵਾਜ਼ ਚੁੱਕਣ ਦੀ, ਤਾਂ ਜੋ ਅਸੀਂ ਇਸ ਜ਼ੁਲਮ ਨੂੰ ਠੱਲ ਪਾ ਸਕੀਏ। ਅਗਲੀ ਵਾਰੀ ਕਿਸੇ ਹੋਰ ਅਧਿਕਾਰ ਨੂੰ ਲੈ ਕੇ ਹੋਵਾਂਗੇ ਤੁਹਾਡੇ ਰੂਬਰੂ। ਉਦੋਂ ਤੱਕ ਲਈ ਮੈਨੂੰ ਦਮਨ ਪਿੰਨੂ ਦਿਓ ਆ ਗਿਆ। ਧੰਨਵਾਦ। एशियन फूड सेंटर ते आने सस्ते दाम जिथे हर चीज दी है क्वालिटी लाजवाब। हार गई महंगाई जीते हम हर वाह टेस्टी, क्या रेसिपी चेंज की है? नहीं, मैंने चेंज किया है सिर्फ शॉपिंग की जगह। एशियन फूड सेंटर, वाह क्या बात। एशियन फूड सेंटर। ओ भाई जितने
ਬੈਠ ਕੇ ਘਰ ਵਰਗਾ ਮਹਿਸੂਸ ਹੋਵੇ, ਜਿਸ ਦੀਆਂ ਤਾਜ਼ੀਆਂ ਦਾਲਾਂ, ਸਬਜ਼ੀਆਂ, ਮਠਿਆਈਆਂ ਵਿੱਚ ਪਿੰਡ ਦੀ ਖੁਸ਼ਬੂ ਹੋਵੇ। ਬੇਸ਼ੱਕ ਵਿਆਹ, ਸ਼ਾਦੀ, ਛੋਟੀ ਵੱਡੀ ਪਾਰਟੀ ਕਿਉਂ ਨਾ ਹੋਵੇ, ਪਰ ਮਿੱਤਰੋ ਰੈਸਟੋਰੈਂਟ ਸਵੀਟ ਮਹਿਲ ਹੀ ਹੋਵੇ। ਡਾਈਨਿੰਗ, ਟੇਕ ਆਊਟ ਜਾਂ ਕੇਟਰਿੰਗ, ਸਵੀਟ ਮਹਿਲ ਰੈਸਟੋਰੈਂਟ। ਜਿੰਨਾ ਸੋਹਣਾ ਰੈਸਟੋਰੈਂਟ, ਉਸ ਤੋਂ ਵੀ ਜ਼ਿਆਦਾ ਸਵਾਦ ਖਾਣਾ। ਵੈਜ ਜਾਂ ਨੌਨ ਵੈਜ ਆਈਟਮਸ ਲਈ ਡਾਈਨਿੰਗ, ਟੇਕ ਆਊਟ ਜਾਂ ਕੇਟਰਿੰਗ ਕਰਵਾਓ। ਸਵੀਟ ਮਹਿਲ ਰੈਸਟੋਰੈਂਟ ਦਾ ਨੰਬਰ ਘੁਮਾਓ। ਸਵੀਟ ਮਹਿਲ ਰੈਸਟੋਰੈਂਟ, ਟ੍ਰੈਡੀਸ਼ਨਸ ਆਫ ਟੇਸਟ। ਆਪਣੇ ਟਰੱਕਾਂ ਨੂੰ ਦੁਨੀਆ ਭਰ ਦੀ ਕਿਸੇ ਵੀ ਨੇਮ ਬ੍ਰਾਂਡ ਕੰਪਨੀ ਦੇ ਟਾਇਰ ਪਾਉਣ ਅਤੇ ਵੀਲ ਅਲਾਈਨਮੈਂਟ ਲਈ ਇੱਕ ਭਰੋਸੇ ਵਾਲਾ ਨਾਮ ਪਪੂਲਰ ਟਾਇਰ। ਗੱਡੀ ਚੱਕਦੀ ਤੇ ਤੂੜਾ ਪਈ ਪੱਟਦੀ ਨੀ, ਤੇਲ ਪਾਣੀ ਫੁੱਲ ਰੱਖਦੇ ਚੱਲੀ ਗਏ। ਛੇਤੀ ਛੇਤੀ ਪਾਲਾ ਕੱਪੜੇ ਨੀ, ਪਪੂਲਰ ਟਾਇਰ ਤੇ ਟਾਇਰ ਪਾਉਣ ਚੱਲੀਏ। CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ। ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ। ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। ਸੁਪਰ ਵੀਜ਼ਾ 10 ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਹੈ, ਜਿਸ ਦੇ ਨਾਲ ਸਾਡੇ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ 8 ਹਫ਼ਤੇ ਦੇ ਅੰਦਰ ਸਾਡੇ ਕੋਲ ਕੈਨੇਡਾ ਆ ਸਕਦੇ ਹਨ। ਕੈਨੇਡੀਅਨ ਇਮੀਗ੍ਰੇਸ਼ਨ ਦੇ ਅਨੁਸਾਰ ਹਰ ਮਹੀਨੇ 1000 ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਆਪਣੇ ਬੱਚਿਆਂ ਕੋਲ ਕੈਨੇਡਾ ਆ ਰਹੇ ਹਨ। ਸੁਪਰ ਵੀਜ਼ਾ ਅਪਲਾਈ ਕਰਨ ਦੇ ਲਈ ਕੈਨੇਡੀਅਨ ਇੰਸ਼ੋਰੈਂਸ ਕੰਪਨੀ ਕੋਲੋਂ $1 ਲੱਖ ਦੀ ਮੈਡੀਕਲ ਇੰਸ਼ੋਰੈਂਸ ਕਰਾਉਣਾ ਲਾਜ਼ਮੀ ਹੈ। ਤੁਸੀਂ ਕੈਨੇਡਾ ਦੇ ਕਿਸੇ ਵੀ ਸ਼ਹਿਰ ਸਾਡਾ ਪ੍ਰੋਗਰਾਮ ਦੇਖ ਰਹੇ ਹੋ, ਸੁਪਰ ਵੀਜ਼ਾ ਇੰਸ਼ੋਰੈਂਸ ਦੇ ਬੈਸਟ ਪ੍ਰਾਈਸਸ ਦੇ ਲਈ ਸਕਰੀਨ ਤੇ ਆ ਰਹੇ ਨੰਬਰਸ ਤੇ ਮੈਨੂੰ ਹੁਣੇ ਕਾਲ ਕਰੋ। स्वागत है एक बार फिर आपका हमारे गेम शो पे, जिसे कहते हैं शेर बन के जीतो। आज के हमारे शो का आखिरी सवाल है सुनीता जी से। फ्रेश और अपना क्या है? समय शुरू। कैनेडियन हाईएस्ट ग्रेड व्हीट से बना। कैनेडियन व्हीट से बना आटा। You get in days, not in months. In days? Oh yes, in days. In days means fresh. अपना बोले तो गरारा दी चक्की दा। समय निकल रहा है जल्दी। हाइजेनिक स्टोरेज, क्लीन मिलिंग फैसिलिटी, फ्रेश ड्राई मिल्क का, माँ के प्यार जैसा। शेरडा देसी स्टाइल, द विनर। शेर आटा घर लाओ। फ्रेश और अपना बोले तो शेर आटा देसी स्टाइल।